ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਅੱਜ ਆਪਾਂ ਨਿਊ ਚੈਪਟਰ ਸਟਾਰਟ ਕਰਾਂਗੇ, ਐਸਿਡਸ ਐਂਡ ਬੇਸਿਸ। ਆਈ ਹੋਪ ਤੁਸੀਂ ਪਿਛਲੀਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਹੋਣਗੀਆਂ। ਅਗਰ ਕਿਸੇ ਨੂੰ ਵੀ ਕੋਈ ਡਾਊਟ ਹੈ, ਕੋਈ ਪ੍ਰੋਬਲਮ ਹੈ, ਤਾਂ ਤੁਸੀਂ ਟੈਲੀਗ੍ਰਾਮ ਚੈਨਲ ਉੱਪਰ ਆਪਣੀ ਡਾਊਟ ਸ਼ੇਅਰ ਕਰ ਸਕਦੇ ਹੋ। ਹਾਂਜੀ, ਅੱਜ ਆਪਾਂ ਨਵਾਂ ਟੌਪਿਕ ਸਟਾਰਟ ਕਰਾਂਗੇ, ਐਸਿਡ ਐਂਡ ਬੇਸਿਸ। ਐਸਿਡ ਐਂਡ ਬੇਸ ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਲੈਕਟ੍ਰੋਲਾਈਟਸ ਕੀ ਚੀਜ਼ ਹੁੰਦੀ ਆ। ਇਲੈਕਟ੍ਰੋਲਾਈਟ ਕੀ ਹੁੰਦੇ ਆ, ਇਹਦੇ ਬਾਰੇ ਪੜ੍ਹਦੇ ਹਾਂ ਪਹਿਲਾਂ ਆਪਾਂ। Electrolyte are substances that turn into ions in a solution and are then able to conduct electricity। ਆਪਾਂ ਨੂੰ ਪਤਾ ਕਿ ਜਿਹੜੀ ਬਿਜਲੀ ਹੈ, ਇਲੈਕਟ੍ਰਿਸਿਟੀ ਹੈ, ਉਹ ਕਦੋਂ ਪੈਦਾ ਹੁੰਦੀ ਹੈ, ਕਦੋਂ ਕੰਡਕਟ ਹੁੰਦੀ ਹੈ? ਜਦੋਂ ਆਪਣੇ ਕੋਲੇ ਆਇਨ ਬਣਦੇ ਆ। ਠੀਕ ਹੈ, ਤਾਂ ਆਪਣੇ ਕੋਲੇ ਆਇਨ ਕਿੱਥੇ ਬਣਨਗੇ? ਇਲੈਕਟ੍ਰੋਲਾਈਟਸ ਦੇ ਬਣਨਗੇ। ਕਿਹਦੇ ਵਿੱਚ? ਸਲਿਊਸ਼ਨ ਦੇ ਵਿੱਚ। ਆਪਾਂ ਕੀ ਕਰਦੇ ਹਾਂ ਇਹਦੇ ਵਿੱਚ, ਜਿਸ ਤਰ੍ਹਾਂ ਨਾਲ ਕਿ ਆਪਾਂ ਨੇ ਇੱਕ ਬੀਕਰ ਲੈ ਲਿਆ। ਠੀਕ ਹੈ, ਬੀਕਰ ਦੇ ਵਿੱਚ ਆਪਾਂ ਕੋਈ ਵੀ ਇਲੈਕਟ੍ਰੋਲਾਈਟ ਪਾ ਦਿੰਦੇ ਹਾਂ। ਇਲੈਕਟ੍ਰੋਲਾਈਟ ਮਤਲਬ ਕਿ ਕੋਈ ਵੀ ਸਾਲਟ ਸਲਿਊਸ਼ਨ ਪਾ ਦਿੰਦੇ ਹਾਂ, ਜਿਸ ਤਰ੍ਹਾਂ ਆਪਾਂ ਕਾਪਰ ਸਲਫੇਟ ਪਾ ਦਈਏ। ਠੀਕ ਹੈ, ਆਪਾਂ ਨੇ ਕੀ ਬੀਕਰ ਦੇ ਵਿੱਚ ਪਾਇਆ ਇਹ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਲੈਕਟ੍ਰੋਡਸ ਲਾਈਆਂ, ਜਿਸ ਤਰ੍ਹਾਂ ਕਿ ਕਾਪਰ ਦੀਆਂ ਇਲੈਕਟ੍ਰੋਡ ਲਗਾਤੀਆਂ ਆਪਾਂ ਨੇ। ਦੈਨ ਆਪਾਂ ਕੀ ਕਰਦੇ ਹਾਂ ਨਾ, ਇਲੈਕਟ੍ਰਿਸਿਟੀ ਕਨੈਕਟ ਕਰ ਦਿੰਦੇ ਹਾਂ ਬੈਟਰੀ ਦੇ ਨਾਲ। ਠੀਕ ਹੈ, ਤਾਂ ਜਦੋਂ ਇਹਦੇ ਵਿੱਚ ਕੀ ਹੈ, ਰਿਐਕਸ਼ਨ ਸਟਾਰਟ ਹੁੰਦਾ, ਬਿਜਲੀ ਪੈਦਾ ਹੁੰਦੀ ਹੈ, ਤਾਂ ਜਿਹੜਾ ਇਹ ਕਾਪਰ ਸਲਫੇਟ ਹੈਗਾ, ਇਹ ਕੀ ਆਇਨਸ ਦੇ ਵਿੱਚ ਟੁੱਟਣਾ ਸ਼ੁਰੂ ਹੋ ਜਾਂਦਾ। ਕੀ ਬਣ ਜਾਂਦਾ ਇਹਦਾ? ਕਾਪਰ 2 ਪੋਜ਼ੀਟਿਵ ਆਇਨ ਐਂਡ SO4 2 ਨੈਗੇਟਿਵ ਆਇਨਸ। ਇਸ ਤਰ੍ਹਾਂ ਨਾਲ ਇਹਦੇ ਆਇਨ ਬਣਨੇ ਸਟਾਰਟ ਹੋ ਜਾਂਦੇ ਆ। ਜਦੋਂ ਆਇਨ ਬਣਦੇ ਆ ਤਾਂ ਫਿਰ ਕੀ ਹੈ, ਇਹਦੇ ਵਿੱਚ ਕੀ ਆਇਨਸ ਦੀ ਮੂਵਮੈਂਟ ਹੋਣ ਲੱਗ ਜਾਂਦੀ ਹੈ, ਇੱਕ ਇਲੈਕਟ੍ਰੋਡ ਤੋਂ ਦੂਸਰੀ ਇਲੈਕਟ੍ਰੋਡ ਦੇ ਤੱਕ। ਇਸ ਤਰ੍ਹਾਂ ਮੂਵਮੈਂਟ ਹੋਣ ਦੇ ਨਾਲ ਕੀ ਚੀਜ਼ ਪੈਦਾ ਹੁੰਦੀ ਹੈ? ਇਲੈਕਟ੍ਰਿਸਿਟੀ। ਠੀਕ ਹੈ, ਤਾਂ ਇਲੈਕਟ੍ਰੋਲਾਈਟ ਕਿਉਂ ਜ਼ਰੂਰੀ ਨੇ? ਇਲੈਕਟ੍ਰਿਸਿਟੀ ਨੂੰ ਪ੍ਰੋਡਿਊਸ ਕਰਨ ਵਾਸਤੇ, ਪੈਦਾ ਕਰਨ ਵਾਸਤੇ ਕੀ ਇਲੈਕਟ੍ਰੋਲਾਈਟ ਜ਼ਰੂਰੀ ਨੇ। ਨੈਕਸਟ ਆਪਣੇ ਕੋਲ ਹੈਗਾ ਇਲੈਕਟ੍ਰੋਲਾਈਟ ਅਸੈਂਸ਼ੀਅਲ ਕਾਹਦੇ ਵਾਸਤੇ ਨੇ? ਸਿਰਫ ਇਲੈਕਟ੍ਰਿਸਿਟੀ ਪੈਦਾ ਕਰਨ ਵਾਸਤੇ ਹੀ ਨਹੀਂ। ਇਲੈਕਟ੍ਰੋਲਾਈਟ ਨੇ ਜਿਹੜੀ ਆਪਣੇ ਨੋਰਮਲ ਬੋਡੀ ਫੰਕਸ਼ਨਿੰਗ ਦੇ ਵਿੱਚ ਵੀ, ਜਿਵੇਂ ਡਾਈਜੈਸ਼ਨ ਹੋ ਗਿਆ, ਰੈਸਪੀਰੇਸ਼ਨ ਹੋ ਗਿਆ, ਠੀਕ ਹੈ, ਇਹਨਾਂ ਪ੍ਰੋਸੈਸਾਂ ਦੇ ਵਿੱਚ ਵੀ, ਆਪਣੀ ਹਿਊਮਨ ਬੋਡੀ ਦੇ ਵਿੱਚ ਵੀ ਇਲੈਕਟ੍ਰੋਲਾਈਟ ਨੇ ਜਿਹੜੇ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਜਿਹੜੇ ਕਿ ਅਲੱਗ-ਅਲੱਗ ਚੀਜ਼ਾਂ ਨੂੰ ਕੰਡਕਟ ਕਰਾਉਣ ਦੇ ਵਿੱਚ ਮਦਦ ਕਰਦੇ ਆ। ਨੈਕਸਟ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਇਲੈਕਟ੍ਰੋਲਾਈਟ ਨੇ ਉਹ ਆਪਣੀ ਬੋਡੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਨੇ। ਠੀਕ ਹੈ, ਕਿਉਂਕਿ ਸਾਰੀਆਂ ਚੀਜ਼ਾਂ ਨੂੰ ਕੰਡਕਟ ਕਰਾਉਣ ਦੇ ਵਾਸਤੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਮੂਵ ਕਰਾਉਣ ਦੇ ਵਾਸਤੇ ਇਲੈਕਟ੍ਰੋਲਾਈਟਸ ਨੇ ਜਿਹੜੇ ਜ਼ਰੂਰੀ ਨੇ। ਪਰ ਅਗਰ ਜਿਹੜੇ ਇਲੈਕਟ੍ਰੋਲਾਈਟ ਨੇ ਆਪਣੀ ਬੋਡੀ ਦੇ ਵਿੱਚ ਜਿੰਨੇ ਚਾਹੀਦੇ ਆ ਉਸ ਮਾਤਰਾ ਦੇ ਵਿੱਚ ਨਾ ਰਹਿਣ, ਜਾਂ ਇੰਬੈਲੈਂਸ ਹੋ ਜਾਣ, ਮਤਲਬ ਕਿ ਉਹਨਾਂ ਦੀ ਮਾਤਰਾ ਜਿਹੜੀ ਵੱਧ ਜੇ ਜਾਂ ਫਿਰ ਘੱਟ ਜੇ, ਦੈਨ ਕੀ ਹੋਊਗਾ? ਤਾਂ ਆਪਾਂ ਦੇਖਦੇ ਹਾਂ, ਇਲੈਕਟ੍ਰੋਲਾਈਟਸ ਬਾਰੇ ਪੜ੍ਹਦੇ ਹਾਂ। ਇੰਡੀਕੇਸ਼ਨ ਇਲੈਕਟ੍ਰੋਲਾਈਟ ਡੈਫੀਸ਼ੀਐਂਸੀ ਔਰ ਇਫ ਐਂਟੀਸੀਪੇਟਡ। ਮਤਲਬ ਕਿ ਆਪਾਂ ਨੂੰ ਇੰਬੈਲੈਂਸ ਕਦੋਂ ਕਹਾਂਗੇ ਆਪਾਂ? ਕਿ ਜਦੋਂ ਆਪਣੇ ਕੋਲ ਇਲੈਕਟ੍ਰੋਲਾਈਟ ਦੀ ਕਮੀ ਹੋ ਗਈ, ਜਾਂ ਕੀ ਹੈ, ਉਹ ਖਤਮ ਹੋ ਗਿਆ। ਠੀਕ ਹੈ, ਕਮੀ ਹੋ ਗਈ ਜਾਂ ਕਿਸੇ ਵਜ੍ਹਾ ਕਰਕੇ ਉਹ ਖਤਮ ਹੋ ਗਿਆ, ਤਾਂ ਆਪਾਂ ਕਹਾਂਗੇ ਵੀ ਇੰਬੈਲੈਂਸ ਹੋ ਗਿਆ। ਇਲੈਕਟ੍ਰੋਲਾਈਟਸ ਇਨ ਬੋਡੀ ਫਲੂਇਡ ਕੈਨ ਬੀ ਰਿਪਲੇਸਡ ਇਨ ਵੇਰੀਅਸ ਵੇਜ਼। ਕਿ ਇਲੈਕਟ੍ਰੋਲਾਈਟਸ ਨੇ ਜਿਹੜੇ ਉਹ ਕੀ ਹੈ, ਰਿਪਲੇਸ ਹੋ ਜਾਣ ਕਿਸੇ ਹੋਰ ਚੀਜ਼ ਦੇ ਦੁਆਰਾ, ਉਹਦੀ ਜਗ੍ਹਾ 'ਤੇ ਕੋਈ ਹੋਰ ਚੀਜ਼ ਆ ਜਾਏ, ਦੈਨ ਵੀ ਆਪਾਂ ਕਹਾਂਗੇ ਵੀ ਇੰਬੈਲੈਂਸ ਹੋ ਗਿਆ। ਪੇਰੈਂਟਲ ਨਿਊਟ੍ਰੀਸ਼ਨ ਇਲੈਕਟ੍ਰੋਲਾਈਟ ਸਲਿਊਸ਼ਨ ਕੰਬਾਈਨਡ ਵਿਦ, ਜਿਹੜੇ ਇਲੈਕਟ੍ਰੋਲਾਈਟ ਦੇ ਸਲਿਊਸ਼ਨ ਨੇ ਉਹ ਕੀ ਆ, ਕੰਬਾਈਨ ਕਰ ਜਾਣ ਕਾਰਬੋਹਾਈਡਰੇਟਸ, ਪ੍ਰੋਟੀਨਸ ਜਾਂ ਫਿਰ ਕੀ ਆ, ਫੈਟ ਵਗੈਰਾ ਦੇ ਨਾਲ, ਇਹਨਾਂ ਨਾਲ ਕੰਬਾਈਨ ਕਰ ਜਾਣ, ਦੈਨ ਵੀ ਕੀ ਹੁੰਦਾ, ਇੰਬੈਲੈਂਸ ਹੋ ਜਾਊਗਾ। ਠੀਕ ਹੈ, ਇਫ ਯੂਜ਼ਡ ਥਰੂ ਐਨ IV ਲਾਈਨ ਇਫ ਮਿਲਡ ਡਿਪਲੀਸ਼ਨ ਰਿਪਲੇਸਡ ਬਾਈ ਇਨਕਲੂਡਿੰਗ ਦਾ ਐਬਸੈਂਟ ਮਿਨਰਲਸ ਇਨ ਦਾ ਡਾਈਟ ਔਰ ਟੇਕਿੰਗ ਐਨ ਔਰਲ ਸਪਲੀਮੈਂਟਸ। ਕਿ ਜਿਸ ਤਰ੍ਹਾਂ ਨਾਲ ਆਪਾਂ ਕਈ ਵਾਰੀ ਕੀ ਕਰਦੇ ਹਾਂ, ਇੰਬੈਲੈਂਸ ਕਿਵੇਂ ਹੋ ਜਾਂਦਾ ਕਿ ਆਪਾਂ ਇਸ ਤਰ੍ਹਾਂ ਦੀਆਂ ਖੁਰਾਕਾਂ ਖਾ ਲਈਏ, ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਲਈਏ, ਜਿਹਦੇ ਨਾਲ ਕੀ ਆ, ਉਹ ਜਾਂ ਤਾਂ ਜ਼ਿਆਦਾ ਮਾਤਰਾ ਦੇ ਵਿੱਚ ਵੱਧ ਜਾਣ, ਜਿਸ ਤਰ੍ਹਾਂ ਕਿ ਐਥਲੀਟ ਵਗੈਰਾ ਕੀ ਡਰਿੰਕ ਕੰਜ਼ਿਊਮ ਕਰਦੇ ਆ, ਜਾਂ ਤਾਂ ਜ਼ਿਆਦਾ ਮਾਤਰਾ ਦੇ ਵਿੱਚ ਵੱਧ ਜਾਣ ਜਿਹੜੇ ਆਪਾਂ ਸਪਲੀਮੈਂਟ ਲੈਂਦੇ ਹਾਂ ਉਹਨਾਂ ਦੇ ਨਾਲ, ਜਾਂ ਕਰੀ ਫਿਰ ਉਹ ਕੀ ਖਤਮ ਹੋ ਜਾਣ। ਠੀਕ ਹੈ, ਇਸ ਤਰ੍ਹਾਂ ਨਾਲ ਕੀ ਇਲੈਕਟ੍ਰੋਲਾਈਟਸ ਦਾ ਕੀ ਇੰਬੈਲੈਂਸ ਹੋ ਜਾਊਗਾ। ਦੈਨ ਆਪਣੇ ਕੋਲ ਹੈਗਾ ਕਿ ਆਪਣੀ ਬੋਡੀ ਦੇ ਵਿੱਚ ਜਿਹੜੇ ਇਲੈਕਟ੍ਰੋਲਾਈਟ ਨੇ, ਕਿਹੜੇ ਇਲੈਕਟ੍ਰੋਲਾਈਟ, ਬਹੁਤ ਸਾਰੇ ਇਲੈਕਟ੍ਰੋਲਾਈਟ ਨੇ। ਆਪਾਂ ਮੇਨ ਬਾਰੇ ਦੇਖਾਂਗੇ ਕਿ ਮੇਨ ਕਿਹੜੇ ਇਲੈਕਟ੍ਰੋਲਾਈਟਸ ਨੇ ਅਤੇ ਉਹਨਾਂ ਦੀ ਕੀ ਫੰਕਸ਼ਨਿੰਗ ਹੈ। ਜਿਵੇਂ ਆਪਣੇ ਕੋਲ ਕੀ ਹੈ, ਸਭ ਤੋਂ ਜਿਹੜਾ ਮੇਨ ਹੈਗਾ ਕੀ ਹੈ, ਸੋਡੀਅਮ। ਸੋਡੀਅਮ ਦਾ ਜਿਹੜਾ ਸਿੰਬਲ ਆ ਉਹ ਕੀ ਹੈ, Na ਪੋਜ਼ੀਟਿਵ, ਇਹ ਕੀ ਹੈ, ਸੋਡੀਅਮ ਹੈ। ਠੀਕ ਹੈ, ਸੈਕਿੰਡ ਹੈਗਾ ਆਪਣੇ ਕੋਲ ਕਲੋਰੀਨ Cl ਨੈਗੇਟਿਵ। ਥਰਡ ਹੈਗਾ ਆਪਣੇ ਕੋਲ ਮੈਗਨੀਸ਼ੀਅਮ, ਇਹ ਹੈਗਾ Mg2 ਪੋਜ਼ੀਟਿਵ। ਨੈਕਸਟ ਹੈਗਾ ਆਪਣੇ ਕੋਲ ਕੈਲਸ਼ੀਅਮ Ca2 ਪੋਜ਼ੀਟਿਵ, ਕਿਉਂਕਿ ਇਹ ਆਇਨਸ ਦੇ ਵਿੱਚ ਹੁੰਦਾ, ਇਸ ਕਰਕੇ ਆਪਾਂ ਆਇਨਸ ਦੀ ਗੱਲ ਕਰ ਰਹੇ ਹਾਂ। ਨੈਕਸਟ ਹੈਗਾ ਪੋਟਾਸ਼ੀਅਮ, ਤਾਂ ਆਪਣੇ ਕੋਲ ਪੋਟਾਸ਼ੀਅਮ ਦਾ ਸਿੰਬਲ ਕੀ ਹੈ, K ਪੋਜ਼ੀਟਿਵ। ਕਲੀਅਰ, ਇਹ ਵਾਲੇ ਜਿਹੜੇ ਸਾਰੇ ਨੇ ਇਹ ਕਿ ਇਲੈਕਟ੍ਰੋਲਾਈਟ ਨੇ ਜਿਹੜੇ ਆਪਣੀ ਬੋਡੀ ਦੇ ਵਿੱਚ ਮੂਵਮੈਂਟਸ ਕਰਦੇ ਆ। ਇਹ ਕਾਹਦੇ ਕਰਕੇ ਮਿਲਦੇ ਆਪਾਂ ਨੂੰ? ਇਹ ਸਾਰੇ ਦਿੱਤੇ ਹੋਏ ਨੇ ਆਪਾਂ ਨੂੰ, ਜਿਨ੍ਹਾਂ ਦੇ ਕਰਕੇ ਆਪਣੇ ਕੋਲ ਇਹ ਰਿਕੁਆਇਰਮੈਂਟ ਹੈ ਜਿਹੜੀ ਇਹਨਾਂ ਦੀ ਪੂਰੀ ਹੁੰਦੀ ਆ। ਠੀਕ ਹੈ, ਇਹ ਕੀ ਕਰਦੇ ਨੇ, ਬੈਲੈਂਸ ਕਰਦੇ ਨੇ ਆਪਣੀ ਬੋਡੀ ਦੇ ਵਿੱਚ ਫਲੂਇਡ ਨੂੰ, ਫਲੂਇਡ ਬੈਲੈਂਸ ਕਰਦੇ ਨੇ। ਜੇ ਕਈ ਵਾਰੀ ਕੀ ਹੁੰਦਾ, ਆਪਾਂ ਨੂੰ ਪਿਆਸ ਲੱਗੀ ਹੋਵੇ ਤਾਂ ਆਪਾਂ ਫਰੂਟਸ ਵਗੈਰਾ ਖਾ ਲੈਂਦੇ ਹਾਂ, ਤਾਂ ਉਸ ਤਰ੍ਹਾਂ ਨਾਲ ਕੀ ਆ, ਫਲੂਇਡਸ ਨੂੰ ਕੀ ਬੈਲੈਂਸ ਕਰਦੇ ਆ, ਮੇਨਟੇਨ ਕਰਦੇ ਆਪਣੀ ਬੋਡੀ ਦਾ pH।
pH ਲੈਵਲ ਜ਼ਿਆਦਾ ਤੇਜ਼ਾਬੀ ਹੋ ਜੇ ਜਾਂ ਜ਼ਿਆਦਾ ਖਾਰਾਪਨ ਹੋ ਜੇ ਤਾਂ ਆਪਾਂ ਕੀ ਕਰਦੇ ਹਾਂ, ਕੋਈ ਚੀਜ਼ ਖਾ ਲੈਂਦੇ ਹਾਂ, ਜਿਵੇਂ ਮੈਗਨੀਸ਼ੀਅਮ ਦੀ ਕੋਈ ਦਵਾਈ ਖਾ ਲੈਂਦੇ ਹਾਂ, ਮਿਲਕ ਪੀ ਲੈਂਦੇ ਹਾਂ, ਇਸ ਤਰ੍ਹਾਂ ਨਾਲ ਕਿ ਆਪਣਾ pH ਕੰਟਰੋਲ ਹੋ ਜਾਂਦਾ ਹੈ। ਕੈਰੀ ਇਲੈਕਟ੍ਰੀਕਲ ਸਿਗਨਲਸ ਫਰੋਮ ਨਰਵਸ ਟੂ ਮਸਲਸ, ਕਿ ਜਿਹੜੀ ਆਪਣੀ ਬੋਡੀ ਦੇ ਵਿੱਚ ਸਿਗਨਲਸ ਨੇ, ਸਿਗਨਲਸ ਦਾ ਕਿਵੇਂ ਪਤਾ ਲੱਗਦਾ ਕਿ ਜਿਵੇਂ ਆਪਾਂ ਕਿਸੇ ਗਰਮ ਚੀਜ਼ ਨੂੰ ਟੱਚ ਕੀਤਾ ਤਾਂ ਆਪਾਂ ਨੂੰ ਕਿਵੇਂ ਪਤਾ ਲੱਗਿਆ ਉਹ ਗਰਮ ਹੈ, ਕਿਉਂਕਿ ਜਿਹੜੇ ਆਪਣੇ ਮਸਲਸ ਦੇ ਨਰਵ ਸੀਗੇ, ਨਰਵ ਸੈਲਸ ਨੇ ਜਿਹੜੇ ਆਪਣੇ ਮਾਈਂਡ ਤੱਕ ਗਏ, ਉਹਨਾਂ ਨੇ ਆਪਾਂ ਨੂੰ ਇੰਡੀਕੇਟ ਕੀਤਾ ਕਿ ਜਿਹੜੀ ਇਹ ਚੀਜ਼ ਆ ਗਰਮ ਹੈ। ਠੀਕ ਹੈ, ਤਾਂ ਇਲੈਕਟ੍ਰੀਕਲ ਸਿਗਨਲਸ ਨੇ ਜਿਹੜੇ ਆਪਣੀ ਬੋਡੀ 'ਚ ਹਮੇਸ਼ਾ ਟਰਾਂਸਮਿਟ ਹੁੰਦੇ ਰਹਿੰਦੇ ਆ, ਜਿਹੜੇ ਆਪਣੇ ਮਾਈਂਡ ਤੱਕ, ਦਿਮਾਗ ਤੱਕ ਜਾਂਦੇ ਆ ਅਤੇ ਆਪਾਂ ਨੂੰ ਉਸ ਚੀਜ਼ ਬਾਰੇ ਜਾਣਕਾਰੀ ਦਿੰਦੇ ਆ। ਨੈਕਸਟ ਆਪਣੇ ਕੋਲ ਹੈਗਾ ਕਿ ਅਗਰ ਆਪਣੀ ਬੋਡੀ ਦੇ ਵਿੱਚ ਤਿੰਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਅਤੇ ਬਹੁਤ ਜ਼ਰੂਰੀ ਇਲੈਕਟ੍ਰੋਲਾਈਟਸ ਨੇ, ਸੋਡੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ। ਅਗਰ ਕਹਿੰਦੇ ਇਹ ਨਾ ਹੋਣ ਜਾਂ ਇਹਨਾਂ ਦੀ ਐਬਸੈਂਸ ਹੋ ਜੇ ਜਾਂ ਇਹ ਘੱਟ ਜਾਣ, ਇੰਬੈਲੈਂਸ ਹੋ ਜੇ, ਦੈਨ ਆਪਾਂ ਨੂੰ ਕੀ ਹੋ ਜਾਊਗਾ। ਠੀਕ ਹੈ, ਉਹਦੀਆਂ ਕੁਛ ਨਿਸ਼ਾਨੀਆਂ ਨੇਗੀਆਂ ਆਪਣੇ ਕੋਲ, ਸਿਪਟਮਸ ਨੇ ਕਿ ਕੀ ਹੋ ਜਾਊਗਾ ਆਪਾਂ ਨੂੰ। ਆਪਾਂ ਕੀ ਹੈ, ਡੈਜ਼ੀਨੈਸ ਹੁੰਦਾ ਹੈ ਕਿ ਆਪਾਂ ਲੇਜ਼ੀ ਮਹਿਸੂਸ ਕਰਾਂਗੇ, ਕਨਫਿਊਜ਼ ਰਹਾਂਗੇ, ਆਪਣਾ ਮਾਈਂਡ ਪਰੇਸ਼ਾਨ ਰਹੂਗਾ, ਇਰੀਟੇਟਡ ਰਹਾਂਗੇ, ਸਿਰ ਦਰਦ ਹੋਣ ਲੱਗ ਸਕਦਾ, ਆਪਾਂ ਨੂੰ ਥੱਕਿਆ ਮਹਿਸੂਸ ਹੋ ਸਕਦਾ ਹੈ, ਜਿਹੜੀ ਮਸਲਸ ਵਗੈਰਾ ਹੈ ਆਪਾਂ ਨੂੰ ਵੀਕ ਮਹਿਸੂਸ ਹੋ ਸਕਦੀਆਂ ਨੇ। ਠੀਕ ਹੈ, ਜਾਂ ਆਪਣੇ ਅੰਗਾਂ ਬਾਹਾਂ ਦਾ ਚੜ੍ਹਨਾ ਕਹਿ ਸਕਦੇ ਹਾਂ ਆਪਾਂ, ਉਸ ਤਰ੍ਹਾਂ ਨਾਲ ਕੀ ਆਪਾਂ ਨੂੰ ਪ੍ਰੋਬਲਮਸ ਆਉਣਗੀਆਂ ਇਹਨਾਂ ਦੇ ਕਰਕੇ। ਠੀਕ ਹੈ, ਜਿਵੇਂ ਇਹਦੇ ਵਿੱਚ ਥਕਾਵਟ ਆਊਗੀ, ਆਪਣਾ BP ਆ ਜਿਹੜਾ ਕੰਟਰੋਲ ਦੇ ਵਿੱਚ ਨਹੀਂ ਰਹਿਣਾ, ਕਿਉਂਕਿ ਬਲੱਡ ਨੂੰ ਪੰਪ ਕਰਨ ਦੇ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਨੇ ਜਿਹੜੇ ਉਹ ਬਹੁਤ ਹੈਲਪ ਕਰਦੇ ਆ। ਇਹਦਾ ਮਤਲਬ ਕੀ ਹੈ, ਆਪਣੀ ਬੋਡੀ ਦੀ ਫੰਕਸ਼ਨਿੰਗ ਆ ਜਿਹੜੀ ਸਾਰੀ ਖਰਾਬ ਹੋ ਜੂਗੀ ਅਗਰ ਇਹ ਇਲੈਕਟ੍ਰੋਲਾਈਟ ਨੇ ਜਿਹੜੇ ਆਪਣੀ ਬੋਡੀ ਦੇ ਵਿੱਚ ਇੰਬੈਲੈਂਸ ਹੋ ਗਈ। ਕਲੀਅਰ, ਇਹ ਇਲੈਕਟ੍ਰੋਲਾਈਟ ਬਾਰੇ ਸੀਗਾ। ਹੁਣ ਜਿਹੜੇ ਇਲੈਕਟ੍ਰੋਲਾਈਟਸ ਨੇਗੇ ਉਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਆ ਵੀਕ ਇਲੈਕਟ੍ਰੋਲਾਈਟ, ਇੱਕ ਹੁੰਦੇ ਆ ਸਟਰੋਂਗ ਇਲੈਕਟ੍ਰੋਲਾਈਟ। ਠੀਕ ਹੈ, ਤਾਂ ਆਪਾਂ ਇਹਨਾਂ ਦੇ ਵਿੱਚ ਡਿਫਰੈਂਸ ਦੇਖਦੇ ਹਾਂ ਕਿ ਵੀਕ, ਕਮਜ਼ੋਰ ਜਿਹੜੇ ਕਹਿ ਸਕਦੇ ਹਾਂ ਆਪਾਂ ਇਲੈਕਟ੍ਰੋਲਾਈਟ ਕਿਹੜੇ ਹੁੰਦੇ ਆ ਅਤੇ ਸਟਰੋਂਗ ਕਿਹੜੇ ਹੁੰਦੇ ਆ। ਆਪਣੇ ਕੋਲ ਜਿਹੜੇ ਵੀਕ ਇਲੈਕਟ੍ਰੋਲਾਈਟ ਹੁੰਦੇ ਆ ਉਹ ਹੋਣਗੇ ਜਿਹੜੇ ਕਿ ਪੂਅਰ ਕੰਡਕਟਰ ਹੋਣਗੇ, ਮਤਲਬ ਕਿ ਆਪਾਂ ਨੇ ਇਸ ਤਰ੍ਹਾਂ ਦੇ ਇਲੈਕਟ੍ਰੋਲਾਈਟ ਲੈ ਲਏ ਜਿਹੜੇ ਕੰਪਲੀਟਲੀ ਟੁੱਟ ਨਹੀਂ ਰਹੇ। ਠੀਕ ਹੈ, ਜਿਹੜੇ ਕਿ ਪ੍ਰੋਪਰ ਆਇਨ ਨਹੀਂ ਬਣਾਉਣਗੇ, ਵਧੀਆ ਆਇਨ ਨਹੀਂ ਬਣਾਉਣਗੇ, ਵੀਕ ਹੋਣਗੇ, ਇਹਦਾ ਮਤਲਬ ਉਹ ਇਲੈਕਟ੍ਰੀਸਿਟੀ ਵੀ ਕੰਡਕਟਰ ਹੈ ਜਿਹੜੀ ਵਧੀਆ ਨਹੀਂ ਕਰਦੇ। ਜਿਹੜੇ ਸਟਰੋਂਗ ਆਇਨ ਹੋਣਗੇ ਉਹ ਇਲੈਕਟ੍ਰੀਸਿਟੀ ਜ਼ਿਆਦਾ ਕੰਡਕਟ ਕਰਨਗੇ। ਕੰਡਕਟ ਕਰਨਾ ਮਤਲਬ ਕਿ ਬਿਜਲੀ ਉਹਨਾਂ ਦੇ ਵਿੱਚੋਂ ਦੀ ਲੰਘ ਸਕਦੀ ਆ। ਕੰਡਕਟਰ ਉਹ ਨੇਚਰ ਦੇ ਵਿੱਚ ਚਾਲਕ ਨੇ, ਬਿਜਲੀ ਦੇ ਚਾਲਕ ਕਹਿ ਸਕਦੇ ਹਾਂ ਆਪਾਂ। ਦੇਖੋ ਜਿਵੇਂ ਕਹਿੰਦੇ ਵੀਕ ਇਲੈਕਟ੍ਰੋਲਾਈਟ ਸੋਲਿਊਸ਼ਨਸ ਆਰ ਪੂਅਰ ਕੰਡਕਟਰਸ, ਕਿ ਇਹ ਪੂਅਰ ਨੇ, ਇਹ ਕੀ ਹੈ, ਬਿਜਲੀ ਦੇ ਸੁਚਾਲਕ ਨੇ, ਮਤਲਬ ਕਿ ਕਰੰਟ ਘੱਟ ਪਾਸ ਕਰਵਾਉਂਦੇ ਆ। ਡਿਫਰੈਂਟ ਵੀਕ ਇਲੈਕਟ੍ਰੋਲਾਈਟ ਡਿਸੋਸ਼ੀਏਟ ਟੂ ਡਿਫਰੈਂਟ ਐਕਸਟੈਂਡ, ਇਹ ਕੀ ਘੱਟ ਮਾਤਰਾ ਦੇ ਵਿੱਚ ਟੁੱਟਦੇ ਆ। ਠੀਕ ਹੈ, ਇਹਨਾਂ ਦੀ ਐਗਜ਼ਾਮਪਲਾਂ ਆਪਾਂ ਦੇਖ ਸਕਦੇ ਹਾਂ, ਵੀਕ ਐਸਿਡ ਐਂਡ ਵੀਕ ਬੇਸਿਸ ਕੀ ਹੈਗਾ, NH4OH। ਹੋਰ ਕੀ ਹੈ, ਇਨਸੋਲੂਬਲ ਆਇਨਿਕ ਹੁੰਦੇ ਨੇ ਜਿਹੜੇ, ਜਿਵੇਂ ਵਾਟਰ ਵਗੈਰਾ ਇਨਸੋਲੂਬਲ ਹੋਣ, ਜਿਹੜੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਘੁਲਦੇ, ਜਿਹੜੇ ਉਹ ਕੀ ਹੁੰਦੇ ਨੇ, ਵੀਕ ਇਲੈਕਟ੍ਰੋਲਾਈਟ ਹੁੰਦੇ ਆ। ਅੱਗੇ ਵੀ ਆਪਾਂ ਇਹਨਾਂ ਦੇ ਐਗਜ਼ਾਮਪਲਸ ਦੇਖਾਂਗੇ। ਸਟਰੋਂਗ ਇਲੈਕਟ੍ਰੋਲਾਈਟ ਜਿਹੜੇ ਕੰਪਲੀਟਲੀ ਡਿਸੋਸ਼ੀਏਟ ਹੋ ਜਾਂਦੇ ਆ। ਠੀਕ ਹੈ, ਜਿਹੜੇ ਸੋਲਿਊਸ਼ਨ ਦੇ ਵਿੱਚ ਜਿੰਨੇ ਨੰਬਰ ਵੀ ਉਹਨਾਂ ਦੇ ਆਇਨਸ ਹੋਣਗੇ ਸਾਰੇ ਕੰਪਲੀਟਲੀ ਟੁੱਟੇ ਹੋਏ ਹੋਣਗੇ, ਉਹਨੂੰ ਆਪਾਂ ਕਹਾਂਗੇ ਸਟਰੋਂਗ ਇਲੈਕਟ੍ਰੋਲਾਈਟ। ਠੀਕ ਹੈ, ਇਹ ਕੀ ਹੋਣਗੇ, ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਬਸ ਇਹ 'ਚ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਨੇ ਕਿ ਜਿਹੜੇ ਵੀਕ ਇਲੈਕਟ੍ਰੋਲਾਈਟ ਹੁੰਦੇ ਆ ਉਹ ਘੱਟ ਪਾਰਸ਼ੀਅਲੀ ਡਿਸੋਸ਼ੀਏਟ ਹੁੰਦੇ ਆ, ਘੱਟ ਟੁੱਟਦੇ ਆ, ਅਤੇ ਜਿਹੜੇ ਸਟਰੋਂਗ ਇਲੈਕਟ੍ਰੋਲਾਈਟ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਟੁੱਟਦੇ ਆ। ਵੀਕ ਇਲੈਕਟ੍ਰੋਲਾਈਟ ਨੇ ਜਿਹੜੇ ਬੈਡ ਕੰਡਕਟਰ ਜਾਂ ਪੂਅਰ ਕੰਡਕਟਰ ਹੁੰਦੇ ਆ ਇਲੈਕਟ੍ਰੀਸਿਟੀ ਦੇ, ਸਟਰੋਂਗ ਇਲੈਕਟ੍ਰੋਲਾਈਟ ਨੇ ਜਿਹੜੇ ਗੁੱਡ ਕੰਡਕਟਰ ਹੁੰਦੇ ਆ, ਵਧੀਆ ਚਾਲਕ ਹੁੰਦੇ ਆ ਬਿਜਲੀ ਦੇ। ਇਹਦੇ ਵਿੱਚ ਆਪਾਂ ਐਗਜ਼ਾਮਪਲਸ ਦੇਖ ਸਕਦੇ ਹਾਂ ਸਟਰੋਂਗ ਐਸਿਡ ਦੀ, ਜਿਵੇਂ HCl ਹੋ ਗਿਆ, HBr, HI, HNO3, H2SO4। ਇਹਦੇ ਵਿੱਚ ਤੁਸੀਂ ਇੱਕ ਗੱਲ ਵੀ ਯਾਦ ਰੱਖਣੀ ਆ, ਜਿਹੜਾ H2SO4 ਹੈ, ਸਲਫਿਊਰਿਕ ਐਸਿਡ, ਇਹਨੂੰ ਆਪਾਂ, ਤੁਹਾਨੂੰ ਕੁਐਸਚਨ ਆ ਸਕਦਾ ਕੀ ਕਹਿੰਦੇ ਆ, ਕਿੰਗ ਆਫ ਐਸਿਡ। ਕੀ ਕਹਿੰਦੇ, ਕਿੰਗ ਆਫ ਐਸਿਡ ਕਹਿੰਦੇ ਆ। ਠੀਕ ਹੈ, ਇਹ ਸਾਰੇ ਕੀ ਨੇ, ਮੋਸਟਲੀ ਪਾਣੀ ਦੇ ਵਿੱਚ ਸੋਲੂਬਲ ਹੁੰਦੇ ਆ, ਚੰਗੀ ਤਰ੍ਹਾਂ ਘੁਲ ਜਾਂਦੇ ਆ। ਨੈਕਸਟ ਦੇਖੋ, ਹੁਣ ਆਪਣਾ ਜਿਹੜਾ ਮੇਨ ਟੌਪਿਕ ਸ਼ੁਰੂ ਹੁੰਦਾ ਹੈ ਕਿ ਐਸਿਡਸ ਕੀ ਹੁੰਦੀ ਆ। ਆਪਣੇ ਚੈਪਟਰ ਦਾ ਨੇਮ ਹੈ ਐਸਿਡਸ ਔਰ ਬੇਸਿਸ। ਤਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਐਸਿਡਸ ਕੀ ਹੁੰਦੇ ਆ। ਜਿਵੇਂ ਆਪਾਂ ਇਹ ਡੈਫੀਨੇਸ਼ਨ ਦੇਖੋ, ਕਹਿੰਦੇ ਆਇਨਿਕ ਕੰਪਾਊਂਡ ਦੈਟ ਪ੍ਰੋਡਿਊਸ ਹਾਈਡਰੋਜਨ ਆਇਨਸ, ਜਿਹੜੇ H ਪੋਜ਼ੀਟਿਵ ਹੁੰਦੇ ਆ ਉਹਨੂੰ ਆਪਾਂ ਕਹਿੰਦੇ ਹਾਂ ਹਾਈਡਰੋਜਨ ਆਇਨ। ਇਹੋ ਜਿਹੇ ਆਇਨਸ ਜਿਹੜੇ H ਪੋਜ਼ੀਟਿਵ ਦਿੰਦੇ ਨੇ ਆਪਾਂ ਨੂੰ ਪਾਣੀ ਦੇ ਵਿੱਚ ਘੁਲਣ 'ਤੇ, ਉਹਨੂੰ ਆਪਾਂ ਕੀ ਕਹਿੰਦੇ ਹਾਂ ਵੀ ਉਹ ਕੀ ਨੇ, ਐਸਿਡਿਕ ਨੇ। ਠੀਕ ਹੈ, ਫੋਰ ਐਗਜ਼ਾਮਪਲ ਦੇਖੋ, ਐਗਜ਼ਾਮਪਲ ਦਿੱਤੀ ਆਪਾਂ ਨੂੰ, ਕਹਿੰਦੇ HCl ਸੀ ਆਪਣੇ ਕੋਲ, ਆਪਾਂ ਨੇ ਉਹਦੇ ਵਿੱਚ ਕੀ ਪਾਤਾ, ਪਾਣੀ ਪਾਤਾ, ਵਾਟਰ ਪਾਇਆ ਹਾਈਡਰੋਕਲੋਰਿਕ ਐਸਿਡ ਦੇ ਵਿੱਚ, ਤਾਂ ਆਪਣੇ ਕੋਲ ਕੀ ਬਣ ਗਿਆ, ਇੱਕ H ਪੋਜ਼ੀਟਿਵ ਬਣ ਗਿਆ ਅਤੇ ਇੱਕ ਕੀ ਬਣ ਗਿਆ, Cl ਨੈਗੇਟਿਵ। ਇਹਦਾ ਮਤਲਬ ਜਿਹੜਾ HCl ਸੀ ਉਹ ਕੰਪਲੀਟਲੀ ਟੁੱਟ ਗਿਆ ਨਾ, ਇੱਕ ਉਹਦਾ H ਪੋਜ਼ੀਟਿਵ ਬਣ ਗਿਆ, ਇੱਕ Cl ਨੈਗੇਟਿਵ ਬਣ ਗਿਆ। ਠੀਕ ਹੈ, ਕੰਪਲੀਟ ਡਿਸੋਸੀਏਸ਼ਨ ਹੋਈ ਆ, ਮਤਲਬ ਕਿ ਸਟਰੋਂਗ ਇਲੈਕਟ੍ਰੋਲਾਈਟ ਹੋ ਗਿਆ, ਆਪਾਂ ਨੂੰ ਪਤਾ ਲੱਗ ਗਿਆ। ਅਤੇ ਐਸਿਡ ਕਿਹੜੇ ਹੁੰਦੇ ਨੇ, ਜਿਹੜੇ H ਪੋਜ਼ੀਟਿਵ ਦੇਣ। ਇਹਦੇ ਵਿੱਚ ਆਪਾਂ ਨੂੰ H ਪੋਜ਼ੀਟਿਵ ਮਿਲੇ ਹੈ, ਇਹਦਾ ਮਤਲਬ HCl ਕੀ ਆ, ਐਸਿਡ ਹੈ।
क्लीयर। देखो एक बार फिर पढ़ते हैं। आयनिक कंपाउंड दैट प्रोड्यूस H पॉजिटिव आइनस वैन डिजोल्वड इन वाटर। ठीक है, आयनिक कंपाउंड किहड़े होणगे? आयनिक कंपाउंड हुंदे ने जिहड़े पॉजिटिव ते नैगेटिव तो मिल के बनते हैं। जिवें आपां इहनूं उल्टा करके देखिए इस रिएक्शन नूं, आपां लिखीए कि आपां ने H पॉजिटिव लिया, Cl नैगेटिव लिया, तो अपने कोल की बन गया HCl। तो HCl की है? आयनिक कंपाउंड है। क्यों? क्योंकि ये आइनस तो बने हैं। एग्जाम्पल लईए अपने, जिवें HCl दी लई है कि उन्होंने पॉजिटिव नैगेटिव उहदे आइनस तोड़ते अपने पानी च घोल के उन्होंने, तो इहदा मतलब की आ उन्हें H पॉजिटिव देता, यह एसिड है। नैक्सट आपां सम कॉमन प्रॉपर्टीज देखते हैं एसिड्स दियां की हुंदियां ने। आपां भी देखांगे कि एसिड नूं आपां इंडीकेट किवें कर सकते हैं कि यह एसिड है, यह बेसिक है। तो देखो जिहड़ा भी कोई भी जिहड़ा सॉल्ट है, कोई भी कंपाउंड है आयनिक कंपाउंड, अगर वो आपां नूं जां तां H पॉजिटिव दे रहा है जां फिर H3O पॉजिटिव दे रहा है। H3O पॉजिटिव नूं की कहने आपां? हाइड्रोनियम आइन। की कहने आ? हाइड्रोनियम आइन। कई बार ये भी पूछा जा सकता कि H3O पॉजिटिव की हुंदा है? हाइड्रोनियम आइन हुंदा है। तां जिहड़ा भी कोई कंपाउंड है जिहड़ा आपां नूं H पॉजिटिव दवे जां फिर हाइड्रोनियम आइन दवे, उहनूं आपां की कहने आ? वो की है? एसिड है। फर्स्ट पॉइंट क्लीयर। सैकेंड हैगा जिहदा की है टेस्ट सोर टेस्ट होवे। देखो ये जिहड़ियां चीज़ां दित्तियां ने इहदा टेस्ट किहो जिहा हुंदा? खट्टा टेस्ट हुंदा ना। तो जिहड़ियां चीज़ां खट्टा टेस्ट दिंदियां नेगियां ओह की हुंदियां ने? एसिडिक इन नेचर हुंदियां ने, तेजाबी हुंदियां ने सारियां चीज़ां। रिएक्ट विद मैटल टू प्रोड्यूस हाइड्रोजन गैस। ये बहुत ज़्यादा इंपॉर्टेंट प्रॉपर्टी है, सब तो ज़्यादा इंपॉर्टेंट प्रॉपर्टी है कि जिहड़ियां भी मैटल्स ने अगर वो किसी भी एसिड दे नाल रिएक्ट करदियां ने तो वो हाइड्रोजन गैस देणगियां। फॉर एग्जाम्पल आपां लै लईए जिंक, लै लईए जिंक कोई मैटल है, आपां उहनूं रिएक्ट करा दईए किसी एसिड दे नाल, एसिड दे नाल रिएक्ट कराया, आपां पिछले चैप्टरां च पढ़िया होया ये, तो अपने कोले की बनूगा ZnCl2 प्लस की बनू हाइड्रोजन गैस। तो अपन यह गल पक्का याद रखनी है कि अगर कोई भी मैटल किसी भी एसिड दे नाल रिएक्ट करती है तो अपन नूं किहड़ी गैस दिंदी है? हाइड्रोजन गैस। क्लीयर। उस तो बाद अपने पहला पढ़िया गा कि जिहड़ी चीज़ चंगी तरह डिसोशिएट हो जाए, आयनस बन जाण उहदे, वो गुड कंडक्टर ऑफ इलैक्ट्रिसिटी हुंदा है। इहदा मतलब एसिड दे तां आयन बनते हैं, यह की करूगा? कंडक्टर होगा इलैक्ट्रिसिटी का, बिजली ये विचों दी पास कर सकती है। क्लीयर। नैक्सट पॉइंट है यह एक पॉइंट है जिहड़ा सारा ही अपने आप दे विच एक MCQ हैगा, इन्हां नूं तुसीं चंगी तरह देखना है। टर्न ब्लू लिटमस पेपर टू रैड। अपने कोले दो तरह के लिटमस पेपर हुंदे आ, एक ब्लू लिटमस पेपर हुंदा, एक रैड लिटमस पेपर हुंदा। तां जिहड़े की है ब्लू लिटमस पेपर नूं रैड कर दिंदे आ, ब्लू नूं की कर दिंदे आ? रैड। वो की हुंदे ने? एसिड हुंदे आ। आपां इत्थों भी याद रख सकते हैं कि जिहड़े ब्लू नूं रैड कर दिंदे आ वो की हुंदे आ? एसिड, यानी कि तेजाब हुंदे आ। रैड की है? डेंजर का साइन है। डेंजरस आपां किते भी रैड साइन आपां खतरे का साइन मानते हैं उन्होंने। तो जिहड़े एसिड ने वो भी की हुंदे ने? डेंजरस हुंदे आ। तो आपां इवें याद रख सकते हैं कि जिहड़े ब्लू तो रैड हो जाएंगे वो की होणगे? एसिड्स। बल्कि इहदा उल्टा बिल्कुल की होगा, इत्थे आपां पॉइंट क्लीयर कर लैंदे आ। जिहड़े रैड नूं की कर देणगे? ब्लू कर देणगे, वो की होणगे? बेस। बेस की हुंदे ने? अमल जां फिर खार आपां कह दिंदे आ। जिहड़े रैड नूं की कर देणगे? ब्लू कर देणगे। तो अपने कोले एक pH स्केल हुंदा गा जिहदे बारे आपां अगे डिटेल च पढ़ांगे। तो उस pH स्केल के उपर दस दिंदी मैं कि वैल्यूज होंदियां ने 0 तो लैके 14 तक 7। तो जिहड़े तो 7 तो नीचे pH वाले होंदे आ उन्होंने आपां कहने एसिड, तो जिहड़े 7 तो उपर pH वाले होंदे आ वो होंदे आ बेस। क्लीयर। 7 तो नीचे अगर वैल्यू आऊगी लैस दैन 7 तो अपने कोल एसिड होणगे, तेजाब होणगे। अगर 7 तो ज़्यादा होगी तो खार होणगे जां बेस होणगे। क्लीयर। रिएक्ट विद बेस टू फॉर्म साल्ट फ्रॉम वाटर। हाँ जी, अगर आपां एसिडां नूं बेसिस दे नाल मिला दईए दैन की होगा? आपां ने कोई भी एसिड लिया, उन्होंने आपां ने किसी बेस दे नाल रिएक्ट कराया, तो अपने कोले की चीज़ बनूगी? हमेशा ही यही बनूगा कि जदों भी आपां किसी एसिड नूं किसी बेस दे नाल रिएक्ट करावांगे तो अपने कोले एक बनूगा साल्ट ते एक बनूगा वाटर। वाटर ते साल्ट ये दो चीज़ां बन गई अपने कोले हमेशा जो आपां एसिड ते बेस नूं रिएक्ट करवावांगे। ठीक है, याद रखना कि वाटर हमेशा बनूगा तो सॉल्ट बनूगा। नैक्सट देखो काफ़ी सारे बेसिस ते जिहड़ा हैगा आपां एसिड्स नूं डिफरेंशिएट करते हैं
ਪਰ ਆਪਾਂ ਹਾਈਲਾਈਟਸ ਦੇਖਾਂਗੇ ਸਿਰਫ ਇਹਨਾਂ ਦੀ ਇੰਨੀ ਡਿਟੇਲ 'ਚ ਨਹੀਂ ਹੈਗਾ ਕਿ ਕਿਹੜੇ ਬੇਸਿਸ 'ਤੇ ਆਪਾਂ ਕਰ ਸਕਦੇ ਹਾਂ ਐਸਿਡਸ ਨੂੰ ਕਲਾਸੀਫਾਈ। ਤਾਂ ਆਪਾਂ ਕੀ ਆ, ਕਿਹੜੇ ਸੋਰਸ ਤੋਂ ਆਪਾਂ ਨੂੰ ਮਿਲਿਆ ਐਸਿਡ ਉਹਦੇ ਬੇਸ 'ਤੇ ਕਿ ਐਸਿਡ ਜਿਹੜਾ ਆਇਆ ਕਿੱਥੋਂ, ਕਿਹੜੇ ਸੋਰਸ ਤੋਂ ਆਇਆ, ਠੀਕ ਹੈ। ਉਹਦੀ ਸਟਰੈਂਥ ਕਿੰਨੀ ਕੁ ਹੈ, pH ਕਿੰਨੀ ਕੁ ਹੈ, ਜਿੰਨੀ 7 ਦੇ ਕੋਲ ਜ਼ਿਆਦਾ ਹੋਊਗੀ ਉਨੀ pH ਹਾਈ ਹੋਊਗੀ, ਜ਼ਿਆਦਾ ਐਸਿਡਿਕ ਹੋਊਗਾ। ਅਤੇ ਫਿਰ ਕੰਸਨਟ੍ਰੇਸ਼ਨ ਦੇ ਬੇਸ 'ਤੇ ਕਿ ਹਾਈ ਕੰਸਨਟ੍ਰੇਸ਼ਨ ਵਾਲਾ ਕਿ ਲੋ, ਜ਼ਿਆਦਾ ਡੇਂਜਰਸ ਹੈ ਕਿ ਘੱਟ ਡੇਂਜਰਸ ਹੈ, ਜਿਵੇਂ ਕੰਸਨਟ੍ਰੇਟਰ ਅਤੇ ਡਿਲਿਊਟ ਪੜ੍ਹਦੇ ਹਾਂ ਆਪਾਂ, ਠੀਕ ਹੈ। ਤਾਂ ਆਪਾਂ ਕਹਿੰਦੇ ਸੋਰਸ ਦੇ ਬੇਸ 'ਤੇ ਦੇਖਦੇ ਹਾਂ ਜਸਟ ਕਿ ਸੋਰਸ ਦੇ ਬੇਸ 'ਤੇ ਕਿਵੇਂ ਹੋਊਗਾ। ਸੋਰਸ ਦੇ ਬੇਸ 'ਤੇ ਮਤਲਬ ਕਿ ਆਪਾਂ ਨੂੰ ਔਰਗੈਨਿਕ ਚੀਜ਼ਾਂ ਤੋਂ ਮਿਲਿਆ ਜਾਂ ਫਿਰ ਆਪਾਂ ਨੂੰ ਮਿਨਰਲ ਵਗੈਰਾ ਤੋਂ ਮਿਲਿਆ। ਔਰਗੈਨਿਕ ਚੀਜ਼ਾਂ ਮਤਲਬ ਕਿ ਜਿਵੇਂ ਪਲਾਂਟਸ ਤੋਂ ਮਿਲਿਆ ਕਿ ਐਨੀਮਲ ਤੋਂ ਮਿਲਿਆ। ਮਿਨਰਲ ਮਤਲਬ ਕਿ ਧਰਤੀ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਕੱਢੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਮਿਲਿਆ। ਤਾਂ ਇਸ ਤਰੀਕੇ ਨਾਲ ਆਪਾਂ ਦੋ ਤਰ੍ਹਾਂ ਨਾਲ ਡਿਫਰੈਂਸ਼ੀਏਟ ਕਰਦੇ ਹਾਂ। ਇਹ ਆਪਾਂ ਨੇ ਯਾਦ ਰੱਖਣਾ ਕਿ ਜਿਹੜੇ ਪਲਾਂਟਸ ਜਾਂ ਐਨੀਮਲਸ ਤੋਂ ਮਿਲਦੇ ਆ ਉਹ ਕਿਹੜੇ ਹੁੰਦੇ ਆ, ਜਿਵੇਂ ਸੀਟਰਿਕ ਐਸਿਡ, ਐਸਟਿਕ ਐਸਿਡ, ਇਹ ਕੀ ਆਪਾਂ ਨੂੰ ਪਲਾਂਟਸ ਜਾਂ ਐਨੀਮਲਸ ਤੋਂ ਮਿਲਦੇ ਆ, ਠੀਕ ਹੈ। ਅਤੇ ਜਿਹੜੇ HCl ਹੋ ਗਿਆ, H2SO4, ਇਹ ਕੀ ਹੈ, ਜਾਂ ਤਾਂ ਧਰਤੀ ਤੋਂ ਮਿਲਦੇ ਆ, ਨਹੀਂ ਆਪਾਂ ਨੂੰ ਬਣਾਉਣੇ ਆ ਇਹਨਾਂ ਨੂੰ, ਠੀਕ ਹੈ। ਇਹਨਾਂ ਨੂੰ ਆਪਾਂ ਔਰਗੈਨਿਕ ਕਹਿੰਦੇ ਹਾਂ, ਇਹਨਾਂ ਨੂੰ ਮਿਨਰਲ ਜਾਂ ਫਿਰ ਆਪਾਂ ਇਨਔਰਗੈਨਿਕ ਵੀ ਕਹਿੰਦੇ ਹਾਂ। ਇਨਔਰਗੈਨਿਕ ਐਸਿਡਸ ਵੀ ਕਹਿੰਦੇ ਆ। ਜਿਹੜੇ ਐਸਿਡ ਨੇ ਉਹਨਾਂ ਦੇ ਜਿਹੜੇ ਮੇਨ ਟਾਈਪਸ ਨੇ ਉਹ 2 ਟਾਈਪਸ ਦੇ ਹੁੰਦੇ ਆ, ਸਟਰੋਂਗ ਐਸਿਡ ਔਰ ਵੀਕ ਐਸਿਡ। ਤਾਂ ਆਪਾਂ ਦੇਖਦੇ ਹਾਂ ਕਿ ਜ਼ਿਆਦਾ ਸਟਰੋਂਗ ਐਸਿਡ ਕਿਹੜੇ ਹੋਣਗੇ, ਵੀਕ ਐਸਿਡਸ ਕਿਹੜੇ ਹੋਣਗੇ। ਜਿਹੜੇ ਤਾਂ ਬਿਲਕੁਲ ਕੰਪਲੀਟਲੀ ਟੁੱਟ ਜਾਣਗੇ, ਆਪਾਂ ਪੜ੍ਹਿਆ ਕਿ ਸਟਰੋਂਗ ਚੀਜ਼ ਉਹੀ ਹੈ ਜਿਹੜੀ ਕੰਪਲੀਟ ਟੁੱਟ ਜੇ। ਤਾਂ ਜਿਨ੍ਹਾਂ ਦਾ ਕੰਪਲੀਟ ਡਿਸੋਸੀਏਸ਼ਨ ਹੋਊਗਾ ਉਹਨੂੰ ਕਹਿੰਦੇ ਆਪਾਂ ਸਟਰੋਂਗ। ਕੰਪਲੀਟਲੀ ਟੁੱਟ ਜਾਣਗੇ ਉਹ ਹੋਣਗੇ ਸਟਰੋਂਗ। ਸਟਰੋਂਗ ਦਾ ਮਤਲਬ ਕੀ ਹੈ ਕਿ ਪਿੱਛੇ ਕੋਈ ਵੀ ਆਇਨ ਨਹੀਂ ਬਚਿਆ, ਕੋਈ ਵੀ ਜਿਹੜਾ ਆਪਾਂ ਨੇ ਲਿਆ ਸੀ ਆਇਨਿਕ ਕੰਪਾਊਂਡ ਉਹ ਬਿਲਕੁਲ ਵੀ ਨਹੀਂ ਬਚਿਆ, ਸਾਰਾ ਘੁਲ ਕੇ ਉਹਦੇ ਆਇਨਸ ਬਣ ਚੁੱਕੇ ਨੇਗੇ, ਠੀਕ ਹੈ। ਡਿਲਿਊਟ ਸੋਲਿਊਸ਼ਨ ਆਫ ਸਟਰੋਂਗ ਐਸਿਡ ਕੰਟੇਨ ਨੋ HA ਮੋਲੀਕਿਊਲ, ਕਿ ਕੋਈ ਵੀ HA ਨਹੀਂ ਬਚਿਆ ਹੈਗਾ, ਸਾਰੇ ਕੀ ਬਣ ਗਏ, H3O ਪੋਜ਼ੀਟਿਵ ਬਣ ਗਏ ਅਤੇ A ਨੈਗੇਟਿਵ ਬਣ ਗਏ। ਕੋਈ ਵੀ ਜਿਹੜਾ HA ਯਾਨੀ ਕਿ ਰਿਐਕਟੈਂਟ ਨਹੀਂ ਬਚਿਆ, ਠੀਕ ਹੈ। ਉਸ ਤੋਂ ਬਾਅਦ 'ਚੋਂ ਆਪਾਂ ਦੇਖਦੇ ਹਾਂ ਵੀਕ ਐਸਿਡਸ ਕਿਹੜੇ ਹੁੰਦੇ ਆ। ਵੀਕ ਜਿਹੜੇ ਕੰਪਲੀਟਲੀ ਡਿਸੋਸ਼ੀਏਟ ਨਹੀਂ ਹੁੰਦੇ, ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ HA ਸੀ ਜਿਹੜਾ, ਮੰਨ ਲਓ ਇਹ 100% ਸੀਗਾ, ਠੀਕ ਹੈ। ਇਹਦੇ 100 ਦੇ ਵਿੱਚੋਂ 90% ਆਪਣੇ ਕੋਲੇ H3O ਪੋਜ਼ੀਟਿਵ ਅਤੇ A ਨੈਗੇਟਿਵ ਬਣ ਗਏ। ਬਾਕੀ ਦਾ ਜਿਹੜਾ ਆਪਣੇ ਕੋਲੇ 10% ਹੈ, ਠੀਕ ਹੈ, ਉਹ ਕੀ ਹੈ, ਬਿਨਾਂ ਡਿਸੋਸ਼ੀਏਟ ਹੋਏ ਤੋਂ ਰਹਿ ਗਿਆ, ਅਨਡਿਸੋਸ਼ੀਏਟਡ ਰਹਿ ਗਿਆ, ਮਤਲਬ ਕਿ ਟੁੱਟਿਆ ਨਹੀਂ ਹੈਗਾ, ਠੀਕ ਹੈ। ਤਾਂ ਉਹਨੂੰ ਆਪਾਂ ਕਹਾਂਗੇ ਵੀਕ ਐਸਿਡਸ। ਅਤੇ ਇਹਦਾ ਆਪਾਂ ਜੇ ਹੈਗਾ ਆਹ ਵਾਲੀ ਚੀਜ਼ ਨਹੀਂ ਤੁਸੀਂ ਦੇਖਣੀ, ਇਹ ਕੀ ਹੈ, ਕੌਂਸਟੈਂਟ ਹੁੰਦਾ, ਇਕੁਇਲਿਬਰੀਅਮ ਕੌਂਸਟੈਂਟ। ਕਿ ਰਿਐਕਸ਼ਨ ਇੱਧਰੋਂ ਇੱਧਰ ਵੀ ਜਾ ਸਕਦੀ ਹੈ, ਇੱਧਰੋਂ ਇੱਧਰ ਵੀ ਜਾ ਸਕਦੀ ਹੈ। ਜਿਹੜੀ ਵੀ ਰਿਐਕਸ਼ਨ ਆ ਜਿਹੜੀ ਕੰਪਲੀਟ ਡਿਸੋਸ਼ੀਏਟ ਨਾ ਹੋਵੇ ਤਾਂ ਉਹ ਇਕੁਇਲਿਬਰੀਅਮ ਦੇ ਵਿੱਚ ਆ ਜਾਂਦੀ ਹੈ, ਮਤਲਬ ਕਿ ਉਹਦੇ ਵਿੱਚ ਸੰਤੁਲਨ ਬਣ ਸਕਦਾ। ਇੱਧਰੋਂ ਆਪਾਂ ਇੱਧਰ ਵੀ ਜਾ ਸਕਦੇ ਹਾਂ, ਫੋਰਵਰਡ ਵੀ ਜਾ ਸਕਦੇ ਹਾਂ ਅਤੇ ਪਿੱਛੇ ਬੈਕਵਰਡ ਵੀ ਆ ਸਕਦੇ ਹਾਂ। ਇਹ ਤੁਸੀਂ ਨਹੀਂ ਦੇਖਣਾ, ਤੁਸੀਂ ਜਸਟ ਇਹ ਦੇਖਣਾ ਕਿ ਐਸਿਡਸ ਨੇ ਜਿਹੜੇ 2 ਤਰ੍ਹਾਂ ਦੇ ਹੁੰਦੇ ਆ, ਸਟਰੋਂਗ ਐਂਡ ਵੀਕ। ਸਟਰੋਂਗ ਕਿਹੜੇ ਹੁੰਦੇ ਜਿਹੜੇ ਕੰਪਲੀਟਲੀ ਟੁੱਟ ਜਾਂਦੇ ਆ, ਵੀਕ ਜਿਹੜੇ ਕੰਪਲੀਟ ਨਹੀਂ ਡਿਸੋਸ਼ੀਏਟ ਹੁੰਦੇ। ਨੈਕਸਟ ਆਪਾਂ ਇਹਨਾਂ ਦੇ ਵਿੱਚ ਕੁਛ ਹੋਰ ਡਿਫਰੈਂਸ ਦੇਖਦੇ ਹਾਂ ਕਿ ਵੀਕ ਅਤੇ ਸਟਰੋਂਗ ਦੇ ਵਿੱਚ ਹੋਰ ਕੀ ਡਿਫਰੈਂਸ ਹੁੰਦੇ ਆ। ਸਟਰੋਂਗ ਐਸਿਡ ਨੇ ਜਿਹੜੇ ਆਪਾਂ ਪੜ੍ਹਿਆ ਵਾਰ ਕਿ ਕੰਪਲੀਟਲੀ ਆਇਓਨਾਈਜ਼ ਕਰ ਜਾਂਦੇ ਆ ਅਤੇ ਇਹਨਾਂ ਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਹੁੰਦੀ ਆ। ਅਤੇ ਜਿਹੜੇ ਵੀਕ ਇਲੈਕਟ੍ਰੋਲਾਈਟ ਨੇ ਉਹ ਪਾਰਸ਼ੀਅਲੀ ਆਇਓਨਾਈਜ਼ ਕਰਦੇ ਆ, ਮਤਲਬ ਕਿ ਘੱਟ ਟੁੱਟਦੇ ਆ ਅਤੇ ਉਹਨਾਂ ਦੀ ਜਿਹੜੀ ਕੰਸਨਟ੍ਰੇਸ਼ਨ ਉਹ ਵੀ ਕੀ ਹੈ, ਘੱਟ ਹੁੰਦੀ ਆ। ਇਹਨਾਂ ਦੀ pH ਹੈ ਜਿਹੜੀ ਐਸਿਡ ਸੋਲਿਊਸ਼ਨ ਦੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ, ਐਕਸਟ੍ਰੀਮਲੀ ਲੋ pH ਹੁੰਦੀ ਹੈ, ਯਾਨੀ ਕਿ 1 ਦੇ ਕੋਲ, ਠੀਕ ਹੈ। ਕਿਉਂਕਿ ਜਿੰਨੀ 7 ਤੋਂ ਨੀਚੇ ਜਾਈ ਜਾਊਗੀ ਉਨਾ ਜ਼ਿਆਦਾ ਤੇਜ਼ਾਬੀ ਬਣੀ ਜਾਊਗਾ, ਉਨਾ ਜ਼ਿਆਦਾ ਐਸਿਡਿਕ ਹੋਈ ਜਾਊਗਾ। ਜਿਵੇਂ ਜਿਨ੍ਹਾਂ ਦੀ pH ਹੈ ਜਿਹੜੀ 1 2 3 ਹੋਊਗੀ ਉਹ ਜ਼ਿਆਦਾ ਐਸਿਡਿਕ ਹੋਣਗੇ ਦੈਨ 4 5 6 7 ਤੋਂ। ਜਿਵੇਂ ਜਿਵੇਂ ਆਪਾਂ 7 ਨੂੰ ਅਪਰੋਚ ਕਰਦੇ ਹਾਂ ਉਵੇਂ ਐਸਿਡਿਕ ਕਰੈਕਟਰ ਜਿਹੜਾ ਘਟਦਾ ਜਾਂਦਾ, ਠੀਕ ਹੈ। ਤਾਂ ਇਹਨਾਂ ਦੀ ਦੇਖੋ ਇਹਨਾਂ ਦੀ pH ਕੀ ਹੈ, 1 2 ਇਹ pH, ਇਹਨਾਂ ਦੀ 3 4 5। ਤਾਂ ਜਿਵੇਂ 7 ਦੇ ਨੇੜੇ ਜਾਂਦੀਆਂ ਨੇ ਉਹ ਕੀ ਹੈ, ਵੀਕ ਹੁੰਦੇ ਜਾਂਦੇ ਆ। ਕਲੀਅਰ। ਇਹਨਾਂ ਦੀ ਐਗਜ਼ਾਮਪਲ ਦੇਖਦੇ ਹਾਂ ਆਪਾਂ। ਸਟਰੋਂਗ ਐਸਿਡ ਦੇ ਵਿੱਚ ਕੌਣ ਆਉਂਦਾ, HCl ਆਉਂਦਾ, ਠੀਕ ਹੈ। ਸਲਫਿਊਰਿਕ ਐਸਿਡ ਆਉਂਦਾ, ਹਾਈਡਰੋਬਰੋਮਿਕ ਐਸਿਡ ਆਉਂਦਾ, ਅਤੇ ਇੱਧਰ ਕੌਣ ਆਉਂਦੇ ਨੇ ਆਪਣੇ ਕੋਲੇ, ਇਥੇਨੋਇਕ ਅਤੇ ਐਸਟਿਕ ਐਸਿਡ, ਫਾਰਮਿਕ ਐਸਿਡ, ਠੀਕ ਹੈ। ਇਹ ਯਾਦ ਰੱਖਣਾ ਕਿ ਇਹ ਵਾਲੇ ਆਉਂਦੀ ਹੈ। ਇਹਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਹੈ ਕਿ ਜਿਹੜਾ ਫਾਰਮਿਕ ਐਸਿਡ ਹੈ, ਫਾਰਮਿਕ ਐਸਿਡ ਨੂੰ ਆਪਾਂ ਮਿਥੇਨੋਇਕ ਐਸਿਡ ਵੀ ਕਹਿੰਦੇ ਹਾਂ, ਮਿਥੇਨੋਇਕ ਐਸਿਡ। ਅਤੇ ਇਹ ਕਿੱਥੇ ਪ੍ਰੈਜੈਂਟ ਹੁੰਦਾ, ਇਹ ਜਿਹੜਾ ਵੀ ਕੋਈ ਮੱਖੀ ਵਗੈਰਾ ਜਾਂ ਕੋਈ ਕੀੜੀ ਵਗੈਰਾ ਲੜ ਜੇ, ਹੈ ਨਾ, ਕੋਈ ਮਧੂ ਮੱਖੀ ਹੋਵੇ, ਜਿਹੜੀ ਇਹ ਸਾਰੇ ਐਨੀਮਲਸ ਨੇਗੇ, ਬਰਡਸ ਵਗੈਰਾ, ਇਹਨਾਂ ਦੇ ਵਿੱਚ ਕੀ ਹੁੰਦਾ ਗਾ, ਮਿਥੇਨੋਇਕ ਐਸਿਡ ਹੁੰਦਾ, ਜਿਹਨੂੰ ਆਪਾਂ ਫਾਰਮਿਕ ਐਸਿਡ ਕਹਿੰਦੇ ਹਾਂ। ਕਿਉਂਕਿ ਜਿਹੜੀ ਕੀੜੀ ਹੈ ਆਂਟ, ਉਹਦਾ ਨਾਂ ਕੀ ਹੁੰਦਾ, ਫਾਰਮਿਕਾ। ਫਾਰਮਿਕਾ ਦੇ ਵਿੱਚ ਕੀ ਪ੍ਰੈਜੈਂਟ ਹੁੰਦਾ, ਫਾਰਮਿਕ ਐਸਿਡ ਪ੍ਰੈਜੈਂਟ ਹੁੰਦਾ।
ਇਹ MCQ ਕਾਫੀ ਵਾਰ ਆਇਆ ਹੋਇਆ, ਤੁਸੀਂ ਯਾਦ ਰੱਖਿਓ ਕਿ ਫਾਰਮਿਕ ਐਸਿਡ ਨੂੰ ਮਿਥੇਨੋਇਕ ਐਸਿਡ ਵੀ ਕਹਿੰਦੇ ਆ, ਤੇ ਇਹ ਕੀੜੀ ਵਗੈਰਾ ਜਾਂ ਮਧੂਮੱਖੀ ਵਗੈਰਾ ਇਹਨਾਂ ਦੇ ਡੰਗ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਨੈਕਸਟ ਹੈਗਾ ਇਨ ਸਟਰੋਂਗ ਐਸਿਡਸ ਦ ਐਸਿਡ ਡਿਸੋਸ਼ੀਏਟ ਕੌਂਸਟੈਂਟ। ਇਹਦੇ ਵਿੱਚ ਕੀ ਹੈ, ਜਿਹੜਾ ਡਿਸੋਸੀਏਸ਼ਨ ਕੌਂਸਟੈਂਟ ਹੈ KA, ਬਸ ਇੰਨਾ ਯਾਦ ਰੱਖਣਾ ਤੁਸੀਂ, KA ਨੂੰ ਡਿਸੋਸੀਏਸ਼ਨ ਕੌਂਸਟੈਂਟ ਕਹਿੰਦੇ ਆ। ਇਹਦੀ ਵੈਲਿਊ ਕੀ ਹੁੰਦੀ ਆ, ਹਾਈ ਹੁੰਦੀ ਹੈ। ਤੇ ਇਹਦੇ ਵਿੱਚ ਜਿਹੜੀ KA ਹੈ ਵੀਕ ਦੇ ਵਿੱਚ, ਉਹਦੀ ਵੈਲਿਊ ਕੀ ਹੁੰਦੀ ਆ, ਲੋ ਹੁੰਦੀ ਹੈ, ਕਿਉਂਕਿ ਘੱਟ ਡਿਸੋਸ਼ੀਏਟ ਹੋਇਆ। ਜਿਹੜੇ ਸਾਰੇ ਮਿਨਰਲ ਐਸਿਡਸ ਨੇ ਉਹ ਸਟਰੋਂਗ ਹੁੰਦੇ ਨੇ, ਜਿਵੇਂ H2SO4। ਜਿਹੜੇ ਸਾਰੇ ਆਰਗੈਨਿਕ ਨੇ ਉਹ ਵੀਕ ਹੁੰਦੇ ਆ। ਆਰਗੈਨਿਕ ਆਰਗੈਨਿਕ ਕੀ 'ਚ ਪਾਏ ਜਾਂਦੇ ਆ, ਪਲਾਂਟ ਤੇ ਐਨੀਮਲ ਦੇ ਵਿੱਚ। ਇਹ ਵੀਕ ਇਨ ਨੇਚਰ ਹੁੰਦੇ ਆ, ਤੇ ਜਿਹੜੇ ਆਪਾਂ ਧਰਤੀ ਵਗੈਰਾ ਦੇ ਵਿੱਚੋਂ ਕੱਢਦੇ ਹਾਂ ਜਾਂ ਬਣਾਉਂਦੇ ਹਾਂ ਉਹਨਾਂ ਨੂੰ ਆਪਾਂ ਕਹਿੰਦੇ ਆਂਗੇ ਉਹ ਕੀ ਹੁੰਦੇ ਨੇਗੇ, ਸਟਰੋਂਗ ਹੁੰਦੇ। ਠੀਕ ਹੈ, ਇਹਦੇ ਵਿੱਚ ਇੱਕ ਕੇਸ ਆ ਸਪੈਸ਼ਲ ਕਿ ਕਿਹੜੇ ਨੇ ਜਿਹੜੇ ਸਾਰੇ ਮਿਨਰਲ ਜਿਹੜੇ ਧਰਤੀ 'ਚੋਂ ਮਿਲਦੇ, ਇਨਆਰਗੈਨਿਕ ਜਿੰਨੇ ਵੀ ਮਿਨਰਲ ਨੇ ਸਾਰੇ ਕੀ ਆ, ਸਟਰੋਂਗ ਹੈ। ਸਿਰਫ 2 ਨੂੰ ਛੱਡ ਕੇ ਕਈ ਵਾਰੀ ਉਹ ਪੁੱਛ ਲੈਣ ਕਿ ਕਿਹੜੇ ਇਨਆਰਗੈਨਿਕ ਮਿਨਰਲ ਨੇ ਜਿਹੜੇ ਐਸਿਡਸ ਨੇ ਜਿਹੜੇ ਉਹ ਕੀ ਆ, ਸਟਰੋਂਗ ਨਹੀਂ ਹੈਗੇ। ਤਾਂ ਕਿਹੜਾ, ਕਾਰਬੋਨਿਕ ਐਸਿਡ ਤੇ ਸਲਫਿਊਰਿਕ ਐਸਿਡ। ਕਾਰਬੋਨਿਕ ਤੇ ਸਲਫਿਊਰਿਕ ਨੇ ਜਿਹੜੇ ਇਸ ਤਰ੍ਹਾਂ ਦਾ ਨਹੀਂ ਹੈਗੀ। ਨੈਕਸਟ ਹੈਗਾ ਦ ਸਟਰੋਂਗ ਐਨ ਐਸਿਡ ਦ ਲੋਅਰ ਇਟਸ PK ਵੈਲਿਊ। ਹੁਣ ਦੇਖੋ KA ਵੈਲਿਊ ਤੇ PK ਵੈਲਿਊ 'ਚ ਫਰਕ ਹੈ। ਇਹਦੀ KA ਵੈਲਿਊ ਸੀ ਜਿਹੜੀ ਉਹ ਕੀ ਸੀ, ਜ਼ਿਆਦਾ ਸੀ। ਇਹਦਾ ਮਤਲਬ PKA ਵੈਲਿਊ ਜਿਹੜੀ ਇਹਦੀ ਕੀ ਹੋਊਗੀ, ਘੱਟ ਹੋਊਗੀ। ਠੀਕ ਹੈ, ਇਹ ਇਹਦੀ ਐਸਿਡਿਟੀ ਬੇਸਿਡਿਟੀ ਚੈੱਕ ਕਰਨ ਵਾਸਤੇ ਕੌਂਸਟੈਂਟ ਨੇ ਜਿਹੜੇ ਕੀ ਆ +1 +2 ਦੇ ਵਿੱਚ ਆਪਾਂ ਪੜ੍ਹਦੇ ਹਾਂ PKA ਵੈਲਿਊ ਕੀ ਹੁੰਦੀ ਆ। ਤਾਂ ਇਹਦੇ ਵਿੱਚ ਕੀ ਆ, KA ਵੈਲਿਊ ਜਿਹੜੀ ਉਹ ਘੱਟ ਹੁੰਦੀ ਆ, ਇਹਦਾ ਮਤਲਬ PKA ਵੈਲਿਊ ਹੈ ਜਿਹੜੀ ਕੀ ਆ, ਜ਼ਿਆਦਾ ਹੋਊਗੀ। ਠੀਕ ਹੈ, ਇਹ ਦੋਨੇ ਆਪਸ 'ਚ ਇੱਕ ਦੂਜੇ ਦੇ ਰੈਸੀਪ੍ਰੋਕਲ ਨੇ, ਰਿਵਰਸ ਦੇ ਵਿੱਚ ਨੇ। ਇਹਦੇ ਵਿੱਚ ਜਿਹੜੇ ਆਪਣੇ ਕੋਲੇ ਬੌਂਡਸ ਹੁੰਦੇ ਆ ਉਹ ਕਿ ਵੈਰੀ ਪੋਲਰ ਹੁੰਦੇ ਆ, ਯਾਨੀ ਕਿ ਆਇਨ ਜਲਦੀ ਬਣਾ ਦਿੰਦੇ, ਜਾਂ ਆਇਨਿਕ। ਇਹਦੇ ਵਿੱਚ ਕਿਉਂ ਨਹੀਂ ਜਲਦੀ ਬਣਾਉਂਦੇ, ਕਿਉਂਕਿ ਕੋਵਲੈਂਟ ਨੇਚਰ ਦੇ ਹੁੰਦੇ ਆ। ਕੋਵਲੈਂਟ ਕਿਹੜੇ ਹੁੰਦੇ ਆ, ਜਿਹੜੇ ਇਲੈਕਟ੍ਰੋਨ ਸ਼ੇਅਰ ਕਰਕੇ ਬਣਦੇ ਆ। ਠੀਕ ਹੈ, ਇਹਦੇ ਵਿੱਚ ਇਕਲਿਬਰੀਅਮ ਕੀ ਹੈ, ਲਾਈ ਵੈਲ ਟੂ ਦਾ ਰਾਈਟ। ਇਕਲਿਬਰੀਅਮ ਲਾਈ ਬਿਟਵੀਨ ਇੰਟੈਕਟ ਮੋਲੀਕਿਊਲਸ ਔਰ ਆਇਨਸ। ਇਸ ਦੇ ਵਿੱਚ ਕਿਸ ਤਰ੍ਹਾਂ ਦੇ ਰਿਐਕਸ਼ਨ ਹੁੰਦੇ ਆ, ਸਿੰਗਲ ਐਰੋ ਨਾਲ ਪਾਏ ਹੋਣਗੇ ਐਵੇਂ, ਸਿੰਗਲ ਐਰੋ ਨਾਲ, ਜਿਵੇਂ ਕਿ HCl ਸਿੰਗਲ ਐਰੋ ਪਾ ਕੇ ਕੀ ਬਣਾ ਰਿਹਾ, H ਪੋਜ਼ਿਟਿਵ ਤੇ Cl ਨੈਗੇਟਿਵ, ਇਸ ਤਰ੍ਹਾਂ ਨਾਲ ਹੋਣਗੇ। ਪਰ ਇਹਦੇ ਵਿੱਚ ਕੀ ਡਬਲ ਐਰੋ ਸੀ, ਇਸ ਤਰ੍ਹਾਂ ਨਾਲ, ਜਿਸ ਤਰ੍ਹਾਂ ਆਪਾਂ ਪਿੱਛੇ ਲਿਆ ਸੀ ਕਿ HA ਤੋਂ H3O ਪੋਜ਼ਿਟਿਵ + A ਨੈਗੇਟਿਵ ਬਣ ਰਿਹਾ। ਠੀਕ ਹੈ, ਤਾਂ ਇਹ ਕੀ ਹੈ, ਇਕਲਿਬਰੀਅਮ ਦੇ ਵਿੱਚ ਇੱਧਰੋਂ ਇਹ ਵੀ ਬਣ ਸਕਦਾ, ਇੱਧਰੋਂ ਇਹ ਵੀ ਬਣ ਸਕਦਾ। ਸਟਰੋਂਗ ਐਸਿਡ ਨੇ ਜਿਹੜੇ ਪੋਲੀਪ੍ਰੋਟਿਕ ਐਸਿਡਸ ਹੁੰਦੇ ਨੇ, ਮਤਲਬ ਕਿ ਇੱਕ ਤੋਂ ਜ਼ਿਆਦਾ ਜਿਹੜੇ ਪ੍ਰੋਟੋਨਸ ਨੇ ਲੂਜ਼ ਕਰ ਸਕਦੇ ਆ। ਤੇ ਇਹ ਨੇ ਜਿਹੜੇ ਮੋਨੋਪ੍ਰੋਟਿਕ ਹੁੰਦੇ ਆ, ਸਿਰਫ ਇੱਕ ਪ੍ਰੋਟੋਨ ਹੀ ਲੂਜ਼ ਕਰ ਸਕਦੇ ਆ, ਕਿਉਂਕਿ ਵੀਕ ਹੁੰਦੇ ਸਿਰਫ ਇੱਕ H ਪੋਜ਼ਿਟਿਵ ਦੇ ਸਕਦੇ ਆ। ਇਹ ਜ਼ਿਆਦਾ ਵੀ ਦੇ ਸਕਦੇ ਆ, 2 ਵੀ ਦੇ ਸਕਦੇ ਆ, 3 ਵੀ ਦੇ ਸਕਦੇ ਆ, ਉਹ ਇਹਨਾਂ ਦੇ ਫਾਰਮੂਲੇ ਤੇ ਡਿਪੈਂਡ ਕਰਦਾ। ਨੈਕਸਟ ਆਪਾਂ ਦੇਖਦੇ ਹਾਂ ਕਿ ਬੇਸ ਕੀ ਚੀਜ਼ ਹੁੰਦੀ ਆ। ਹੁਣ ਐਸਿਡ ਦੀ ਤਰ੍ਹਾਂ ਹੀ ਬੇਸ ਹੁੰਦਾ। ਐਸਿਡ ਆਪਾਂ ਨੂੰ ਕੀ ਦਿੰਦਾ ਸੀ, H ਪੋਜ਼ਿਟਿਵ, ਤਾਂ ਬੇਸ ਆਪਾਂ ਨੂੰ ਕੀ ਦਊਗਾ, OH ਨੈਗੇਟਿਵ। ਠੀਕ ਹੈ, ਹਾਈਡਰੋਕਸਾਈਡ ਆਇਨ OH ਨੈਗੇਟਿਵ। ਤਾਂ ਕਹਿੰਦੇ ਵੀ ਕੈਮਿਸਟ ਨੇ ਸਮਟਾਈਮ ਜਿਹੜਾ ਇੱਕ ਟਰਮ ਯੂਜ਼ ਕੀਤੀ ਸੀ ਇਹਦੇ ਵਿੱਚ, ਐਲਕਲੀ। ਬੇਸਿਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਐਲਕਲੀ ਦੇ ਨਾਲ। ਐਲਕਲੀ ਵੀ ਕੀ ਹੁੰਦੇ ਨੇ, ਬੇਸ ਹੀ ਹੁੰਦੇ ਆ। ਠੀਕ ਹੈ, ਐਲਕਲੀ ਜਿਹੜਾ ਇਹਨਾਂ ਤੋਂ ਲਿਆ ਗਿਆ, ਇਸ ਪਲਾਂਟਸ ਤੋਂ, ਅਰੇਬਿਕਾ ਸਾਈਨ, ਕੋਈ ਨਾਮ ਆਪਾਂ ਕਿੱਥੋਂ ਆਇਆ ਓਰੀਜਨ ਉਹਦਾ ਦੇਖਦੇ ਹਾਂ ਆਪਾਂ, ਇਹਦੇ ਬਾਰੇ ਨਹੀਂ ਦੇਖਣਾ। ਆਪਾਂ ਦੇਖਣਾ ਕਿ ਜਿਹੜੇ ਬੇਸਿਸ ਹੁੰਦੇ ਉਹ ਕਿਹੜੇ ਹੁੰਦੇ ਨੇ, ਜਿਹੜੇ ਕਿ ਜਿਨ੍ਹਾਂ ਦੇ ਵਿੱਚ OH ਨੈਗੇਟਿਵ ਜ਼ਿਆਦਾ ਹੁੰਦਾ ਹੈ, OH ਨੈਗੇਟਿਵ ਨੂੰ ਜ਼ਿਆਦਾ ਦਿੰਦੇ ਆ, ਤੇ ਅਸੈਪਟ ਕਿਹਨੂੰ ਕਰਦੇ ਆ, ਇਹ ਵੀ ਯਾਦ ਰੱਖਣਾ। ਜਿਹੜੇ ਐਸਿਡ ਹੁੰਦੇ ਆ ਉਹ ਕਿਹਨੂੰ ਅਸੈਪਟ ਕਰਦੇ ਆ, OH ਨੈਗੇਟਿਵ ਨੂੰ। ਉਲਟਾ ਹੁੰਦਾ, ਜਿਹੜੇ ਬੇਸ ਹੁੰਦੇ ਆ ਉਹ ਕਿਹਨੂੰ ਅਸੈਪਟ ਕਰਦੇ ਆ, H ਪੋਜ਼ਿਟਿਵ ਨੂੰ। ਠੀਕ ਹੈ, ਕਿਉਂਕਿ ਅਪੋਜ਼ਿਟ ਨੇਚਰ ਹੈ, ਨੈਗੇਟਿਵ ਵਾਲਾ ਪੋਜ਼ਿਟਿਵ ਨੂੰ ਅਸੈਪਟ ਕਰੂਗਾ, ਪੋਜ਼ਿਟਿਵ ਵਾਲਾ ਨੈਗੇਟਿਵ ਨੂੰ ਅਸੈਪਟ ਕਰੂਗਾ। ਤਾਂ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਬੇਸਿਸ ਨੇ ਉਹ ਕੀ ਹੈ, ਪ੍ਰੋਨ ਅਸੈਪਟਰ ਨੇ, ਤੇ ਜਿਹੜੇ ਐਸਿਡ ਨੇ ਉਹ OH ਅਸੈਪਟਰ ਨੇ। ਠੀਕ ਹੈ, ਕਲੀਅਰਲੀ ਡੈਫੀਨੇਸ਼ਨ ਇੱਥੋਂ ਇਹ ਯਾਦ ਰੱਖਣੀ ਆ ਕਿ ਜਿਹੜੇ ਬੇਸਿਸ ਨੇ ਉਹਨਾਂ ਦੇ ਵਿੱਚ OH ਨੈਗੇਟਿਵ ਆਇਨ ਦਿੰਦੇ ਨੇ ਉਹ, ਤੇ ਜਿਹੜੇ ਐਸਿਡ ਨੇ ਉਹ H ਪੋਜ਼ਿਟਿਵ ਆਇਨ ਦਿੰਦੇ ਆ। ਕਲੀਅਰ। ਹਾਂਜੀ, ਇਸੇ ਤਰ੍ਹਾਂ ਨਾਲ ਜਿਸ ਤਰ੍ਹਾਂ ਆਪਣੇ ਕੋਲੇ ਐਸਿਡ ਸੀ ਜਿਹੜੇ 2 ਟਾਈਪਸ ਦੇ ਸੀਗੇ, ਐਵੇਂ ਆਪਣੇ ਕੋਲੇ ਬੇਸਿਸ ਨੇ ਜਿਹੜੇ ਉਹ ਵੀ 2 ਟਾਈਪਸ ਦੇ ਆ, ਸਟਰੋਂਗ ਬੇਸ ਐਂਡ ਵੀਕ ਬੇਸ। ਇਹਨਾਂ ਦੇ ਵਿੱਚ ਵੀ ਆਪਾਂ ਡਿਫਰੈਂਸ ਦੇਖਦੇ ਹਾਂ ਕਿ ਸਟਰੋਂਗ ਬੇਸ ਕਿਹੜੇ ਹੁੰਦੇ ਆ, ਵੀਕ ਬੇਸ ਕਿਹੜੇ ਹੁੰਦੇ ਆ। ਦੇਖੋ, ਆ ਸਟਰੋਂਗ ਬੇਸ ਇਜ਼ ਕੰਪਾਊਂਡ ਜਿਹੜਾ ਕਿ ਕੰਪਲੀਟਲੀ ਡਿਸੋਸ਼ੀਏਟ ਹੋ ਜਾਊਗਾ। ਕਿਹਦੇ ਵਿੱਚ, ਇੱਕ ਤਾਂ ਕੈਟਾਇਨ ਬਣਾਊਗਾ, ਇੱਕ ਕੀ ਬਣਾਊਗਾ, ਹਾਈਡਰੋਕਸਲ ਆਇਨ। ਜਿਸ ਤਰ੍ਹਾਂ ਕਿ ਆਪਾਂ ਵਾਟਰ ਦੀ ਐਗਜ਼ਾਮਪਲ ਲਈਏ। ਠੀਕ ਹੈ, ਵਾਟਰ ਕੀ ਬਣਾਊਗਾ, ਇੱਕ ਕੈਟਾਇਨ ਯਾਨੀ ਕਿ H ਪੋਜ਼ਿਟਿਵ ਪਲੱਸ ਕੀ ਬਣਾਊਗਾ, ਹਾਈਡਰੋਕਸਲ ਆਇਨ OH ਨੈਗੇਟਿਵ। ਠੀਕ ਹੈ, ਜਿਵੇਂ ਆਪਾਂ ਹੋਰ ਐਗਜ਼ਾਮਪਲ ਲੈ ਸਕਦੇ ਹਾਂ, Na
OH, ਇਹ ਵੀ ਕੀ ਬਣਾਊਗਾ Na ਪੋਜ਼ਿਟਿਵ ਪਲੱਸ OH ਨੈਗੇਟਿਵ। ਤਾਂ ਇਹ ਕੀ ਨੇ ਬੇਸਿਸ ਦੀ ਐਗਜ਼ਾਮਪਲਸ ਨੇ। ਤਾਂ ਇਹਨਾਂ ਵਿੱਚੋਂ ਕੁਛ ਬੇਸ ਇਹੋ ਜਿਹੇ ਆ ਜਿਹੜੇ ਕਿ 100% ਡਿਸੋਸ਼ੀਏਟ ਹੋ ਜਾਂਦੇ ਆ, ਕੁਛ ਇਹੋ ਜਿਹੇ ਆ ਜਿਹੜੇ ਕੀ ਆ ਪਾਰਸ਼ਲੀ ਡਿਸੋਸ਼ੀਏਟ ਹੁੰਦੇ ਆ, ਮਤਲਬ ਕਿ 80-70% ਡਿਸੋਸ਼ੀਏਟ ਹੋ ਗਏ, ਬਾਕੀ ਉਹਦੇ ਵਿੱਚ ਐਵੇਂ ਰਹਿ ਜਾਂਦੇ ਆ। ਤਾਂ ਇਹ ਇਹਨਾਂ ਦੇ ਵਿੱਚ ਦੋ ਬੇਸਿਕ ਡਿਫਰੈਂਸ ਨੇ ਕਿ ਇੱਕ ਕੰਪਲੀਟਲੀ ਡਿਸੋਸ਼ੀਏਟ ਹੋ ਜਾਂਦਾ, ਇੱਕ ਪਾਰਸ਼ਲੀ ਡਿਸੋਸ਼ੀਏਟ ਹੁੰਦਾ ਹੈ। ਕੰਪਲੀਟਲੀ ਮਤਲਬ ਕਿ 100% ਹੋ ਜਾਂਦਾ ਹੈ, ਪਾਰਸ਼ਲੀ ਮਤਲਬ ਕਿ 100% ਨਹੀਂ ਹੁੰਦਾ। ਉਸ ਤੋਂ ਬਾਅਦ 'ਚੋਂ ਆਪਾਂ ਦੇਖਣੀ ਹੈ pH ਵੈਲਿਊ। ਆਪਾਂ ਨੂੰ ਪਤਾ ਹੈ ਕਿ ਜਿਹੜੇ ਬੇਸਿਸ ਨੇ ਉਹਨਾਂ ਦੀ ਜਿਹੜੀ pH ਵੈਲਿਊ ਹੈ ਉਹ ਕਿੱਥੋਂ ਲੈ ਕੇ ਚੱਲਦੀ ਆ 7 ਤੋਂ ਲੈ ਕੇ 14 ਤੱਕ ਚੱਲਦੀ ਆ। ਤਾਂ ਆਪਣੇ ਕੋਲ ਦੇਖੋ ਜਿਹੜੇ ਆਪਣੇ ਕੋਲ ਸਟਰੋਂਗ ਬੇਸਿਸ ਹੈ ਉਹਨਾਂ ਦੀ pH ਵੈਲਿਊ ਕੀ ਹੈ 14 ਵੱਲ ਨੂੰ ਹੋਊਗੀ, 7 ਤੋਂ 14 ਵੱਲ ਨੂੰ ਹੋਊਗੀ। ਜਿੰਨਾ 14 ਵੱਲ ਨੂੰ ਜਾਣਗੇ ਉਨੇ ਕੀ ਹੋਣਗੇ ਮੋਰ ਬੇਸਿਕ, ਠੀਕ ਹੈ, ਕਿਉਂਕਿ ਇੱਧਰ ਨੂੰ ਔਨ ਸਾਈਡ ਤਾਂ ਉਹਨਾਂ ਦਾ ਐਸਿਡਿਕ ਕਰੈਕਟਰ ਹੋਣ ਲੱਗ ਜਾਂਦਾ। ਤਾਂ ਜਿਹੜੇ ਲੈਸ ਹੋਣਗੇ ਉਹ ਕਿਹੜੇ ਹੋਣਗੇ, ਜਿਹੜੇ 7 ਤੋਂ ਜ਼ਿਆਦਾ ਹੋਣਗੇ ਪਰ 14 ਤੋਂ ਘੱਟ ਹੋਣਗੇ। ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ 8, 9, 10 pH ਵਾਲੇ ਆ ਉਹ ਕੀ ਹੋਣਗੇ ਵੀਕ ਬੇਸ ਹੋਣਗੇ, ਵੀਕ ਬੇਸ। ਅਤੇ ਜਿਹੜੇ ਉਸ ਤੋਂ ਅੱਗੇ ਹੋਣਗੇ 12, 13, 14 ਵਾਲੇ ਉਹ ਕੀ ਹੋਣਗੇ ਸਟਰੋਂਗ ਬੇਸ। ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ। ਉਸ ਤੋਂ ਬਾਅਦ 'ਚੋਂ ਇਹਨਾਂ ਦੀ ਰਿਐਕਟੀਵਿਟੀ ਦੇਖਣੀ ਆਪਾਂ। ਜਿਹੜੇ ਸਟਰੋਂਗ ਬੇਸਿਸ ਹੁੰਦੇ ਆ ਉਹ ਹਾਈਲੀ ਰਿਐਕਟਿਵ ਹੁੰਦੇ ਆ ਅਤੇ ਜਿਹੜੇ ਵੀਕ ਹੁੰਦੇ ਆ ਉਹ ਕੀ ਆ ਲੈਸ ਰਿਐਕਟਿਵ ਹੁੰਦੇ ਆ। ਫਿਰ ਆਪਣੇ ਕੋਲ PKB ਵੈਲਿਊ, ਇਹਦੇ ਵਿੱਚ ਯਾਦ ਰੱਖਣਾ ਕਿ ਇਹਦੀ PK ਜਿਵੇਂ ਆਪਾਂ ਉਹਦੇ ਵਿੱਚ ਕੀ ਪੜ੍ਹਿਆ ਸੀ PKA ਵੈਲਿਊ। PKA ਵੈਲਿਊ ਕੀ ਹੈ ਘੱਟ ਹੁੰਦੀ ਸੀ ਸਟਰੋਂਗ ਐਸਿਡ ਦੀ, ਠੀਕ ਹੈ, ਅਤੇ ਜ਼ਿਆਦਾ ਹੁੰਦੀ ਸੀ ਵੀਕ ਦੀ। ਤਾਂ ਆਪਣੇ ਕੋਲ ਕੀ ਹੈ ਇਹਦੇ ਵਿੱਚ ਜਿਹੜੀ PKB ਵੈਲਿਊ ਹੈਗੀ ਉਹ ਆਲਮੋਸਟ ਕੀ ਹੈ 0 ਹੁੰਦੀ ਹੈ, ਕਿੰਨਾਂ ਦੀ ਸਟਰੋਂਗ ਬੇਸਿਸ ਦੀ। ਯਾਦ ਰੱਖਣਾ ਸਟਰੋਂਗ ਬੇਸਿਸ ਦੀ ਜਿਹੜੀ PK ਵੈਲਿਊ ਹੁੰਦੀ ਆ ਉਹ ਆਲਮੋਸਟ ਕੀ ਹੁੰਦੀ ਆ 0 ਹੁੰਦੀ ਆ, ਅਤੇ ਇਹਨਾਂ ਦੇ ਵਿੱਚ PKB ਵੈਲਿਊ ਕੀ ਹੈ ਬਹੁਤ ਹਾਈ ਹੁੰਦੀ ਆ। ਹੁਣ ਆਪਾਂ ਕੁਛ ਜਿਹੜੀ ਐਗਜ਼ਾਮਪਲਸ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਬੇਸਿਸ ਹੈਗੇ ਉਹਨਾਂ ਨੂੰ ਯਾਦ ਕਰਾਂਗੇ। ਇਹਨਾਂ ਦੇ ਵਿੱਚੋਂ ਹੀ ਜਿਹੜੇ ਕੁਐਸਚਨ ਬਣਦੇ ਹੁੰਦੇ ਆਪਾਂ ਨੇ ਇਹ ਯਾਦ ਕਰਨਾ ਹੈ ਕਿ ਬੇਸਿਸ ਨੇ ਜਿਹੜੇ ਦੋ ਤਰ੍ਹਾਂ ਦੇ ਆ, ਸਟਰੋਂਗ ਹੈ ਵੀਕ ਹੈ। ਤਾਂ ਸਟਰੋਂਗ ਵਾਲਿਆਂ ਦੀ ਐਗਜ਼ਾਮਪਲਾਂ ਇਹ ਵਾਲੀਆਂ ਨੇਗੀਆਂ ਲੀਥੀਅਮ ਹਾਈਡਰੋਕਸਾਈਡ, ਸੋਡੀਅਮ, ਇਹ ਵਾਲੀਆਂ ਸਾਰੀਆਂ ਯਾਦ ਕਰ ਲੈਣੀਆਂ ਨੇ। ਅਤੇ ਇੱਧਰ ਕੀ ਹੈ ਵੀਕ, ਜਿਹੜੇ ਘੱਟ ਡਿਸੋਸ਼ੀਏਟ ਹੁੰਦੇ ਆ, ਇਹ ਸਾਲਟ ਦੀ ਫੋਰਮ ਦੇ ਵਿੱਚ ਹੁੰਦੇ ਆ ਮੋਸਟਲੀ, ਇਹ ਕੀ ਆ ਡਿਸੋਸ਼ੀਏਟ ਨਹੀਂ ਹੁੰਦੇ ਜਾਂ ਕਿ ਬਹੁਤ ਵੀਕਲੀ ਡਿਸੋਸ਼ੀਏਟ ਹੁੰਦੇ ਆ। ਤਾਂ ਤੁਸੀਂ ਇਹ ਐਗਜ਼ਾਮਪਲਸ ਨੇ ਜਿਹੜੀਆਂ ਯਾਦ ਕਰ ਲੈਣੀਆਂ ਨੇ। ਉਸ ਤੋਂ ਬਾਅਦ 'ਚੋਂ ਇਹ ਵਾਲੀ ਸਲਾਈਡ ਆ ਜਿਹੜੀ ਵੈਰੀ ਇੰਪੋਰਟੈਂਟ ਹੈ। ਇਸ ਦੇ ਵਿੱਚੋਂ ਬਹੁਤ ਸਾਰੇ MCQ ਕਾਫੀ ਵਾਰ ਆਏ ਆ ਕਿ ਆਪਾਂ ਨੂੰ ਪੁੱਛ ਲਿਆ ਜਾਂਦਾ ਕਿ ਇਹ ਚੀਜ਼ ਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ। ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਕਰਡ ਔਰ ਮਿਲਕ ਦੇ ਵਿੱਚ, ਕਰਡ ਮਤਲਬ ਕਿ ਦਹੀਂ ਦੇ ਵਿੱਚ, ਅਤੇ ਜਿਹੜਾ ਦੁੱਧ ਆ ਉਹਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਲੈਕਟਿਕ ਐਸਿਡ, ਠੀਕ ਹੈ। ਲੈਕਟੋਜ਼ ਹੁੰਦਾ ਮਿਲਕ ਦੇ ਵਿੱਚ, ਤਾਂ ਮਿਲਕ ਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਲੈਕਟਿਕ ਐਸਿਡ। ਉਸ ਤੋਂ ਬਾਅਦ 'ਚ ਸਪੈਨਿਚ ਐਂਡ ਟਮੈਟੋਜ਼ ਦੇ ਵਿੱਚ, ਠੀਕ ਹੈ, ਪਾਲਕ ਵਗੈਰਾ ਦੇ ਵਿੱਚ, ਟਮੈਟੋਜ਼ ਵਗੈਰਾ ਦੇ ਵਿੱਚ ਕਿਹੜਾ ਪਾਇਆ ਜਾਂਦਾ ਔਗਜ਼ਾਲਿਕ ਐਸਿਡ। ਔਗਜ਼ਾਲਿਕ ਐਸਿਡ ਜਿੰਨੀਆਂ ਵੀ ਖੱਟੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਲੈਮਨ ਹੋ ਗਿਆ, ਔਰੇਂਜ ਹੋ ਗਿਆ, ਜਿਹੜੀ ਵੀ ਖੱਟੇ ਟੇਸਟ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਿਹੜਾ ਪਾਇਆ ਜਾਂਦਾ ਸਿਟਰਿਕ ਐਸਿਡ, ਠੀਕ ਹੈ, ਸਿਟਰਿਕ ਐਸਿਡ ਪਾਇਆ ਜਾਂਦਾ। ਐਪਲ ਦੇ ਵਿੱਚ ਕਿਹੜਾ ਹੁੰਦਾ ਮੈਲਿਕ। ਅਨਰਾਈਪ ਮੈਂਗੋਜ਼ ਦੇ ਵਿੱਚ, ਕੱਚੇ ਅੰਬਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਟਾਰਟੈਰਿਕ ਐਸਿਡ ਹੁੰਦਾ, ਟਾਰਟੈਰਿਕ। ਅਤੇ ਆਪਾਂ ਕੁਐਸਚਨ ਡਿਸਕਸ ਕਰ ਚੁੱਕੇ ਹਾਂ। ਆਂਟ ਦੇ ਸਟਿੰਗ ਦੇ ਵਿੱਚ, ਕੀੜੀ ਦੇ ਡੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿਹੜਾ ਹੁੰਦਾ ਫੋਰਮਿਕ। ਕਿਵੇਂ ਬਣਿਆ ਕਿਉਂਕਿ ਕੀੜੀ ਨੂੰ ਕੀ ਕਹਿੰਦੇ ਨੇ ਫੋਰਮਿਕਾ, ਠੀਕ ਹੈ। ਵਿਨੇਗਰ ਦੇ ਵਿੱਚ, ਵਿਨੇਗਰ ਕੀ ਹੁੰਦਾ ਸਿਰਕਾ ਜਿਹੜਾ ਆਪਾਂ ਘਰੇ ਯੂਜ਼ ਕਰਦੇ ਹਾਂ, ਸਿਰਕੇ ਦੇ ਵਿੱਚ ਕਿਹੜਾ ਹੁੰਦਾ ਐਸੀਟਿਕ ਐਸਿਡ। ਉਸ ਤੋਂ ਬਾਅਦ 'ਚੋਂ ਆਮਲੇ ਦੇ ਵਿੱਚ ਹੁੰਦਾ ਐਸਕੋਰਬਿਕ ਐਸਿਡ। ਐਸਕੋਰਬਿਕ ਐਸਿਡ ਆਮਲਾ ਦੇ ਵਿੱਚ ਹੁੰਦਾ। ਇਹ ਸਾਰੇ ਵੈਰੀ ਵੈਰੀ ਇੰਪੋਰਟੈਂਟ ਨੇ, ਸਾਰੇ ਤੁਸੀਂ ਚੰਗੀ ਤਰ੍ਹਾਂ ਲਰਨ ਕਰਨੇ ਆ ਕਿ ਕਿਹੜੇ ਸੋਰਸ ਦੇ ਵਿੱਚ ਕਿਹੜਾ ਐਸਿਡ ਪ੍ਰੈਜੈਂਟ ਹੁੰਦਾ। ਨੈਕਸਟ ਆਪਣੇ ਕੋਲ ਹੈਗਾ ਕਿ ਆਪਣੇ ਕੋਲ ਕੁਝ ਸਾਇੰਟਿਸਟ ਆਏ ਸੀ ਜਿਨ੍ਹਾਂ ਨੇ ਐਸਿਡ ਦੇ ਬੇਸਿਸ ਨੂੰ ਡਿਫਾਈਨ ਕੀਤਾ। ਉਹਨਾਂ ਦੇ ਵਿੱਚੋਂ ਦੋ ਜਿਹੜੇ ਇੰਪੋਰਟੈਂਟ ਸੀ ਅਰਹੀਨੀਅਸ ਅਤੇ ਬ੍ਰੌਨਸਟਡ। ਆਪਾਂ ਉਹਨਾਂ ਦੇ ਕੰਸੈਪਟ ਨੂੰ ਪੜ੍ਹਾਂਗੇ ਕਿ ਕੀ ਕੰਸੈਪਟ ਸੀਗਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅਰਹੀਨੀਅਸ ਨੇ ਕੀ ਦੱਸਿਆ ਸੀ, ਬੇਸਿਸ ਬਾਰੇ ਕੀ ਦੱਸਿਆ ਸੀ, ਐਸਿਡਸ ਬਾਰੇ ਕੀ ਦੱਸਿਆ ਸੀ, ਠੀਕ ਹੈ। ਦੇਖੋ ਸਭ ਤੋਂ ਪਹਿਲਾਂ ਡੈਫੀਨੇਸ਼ਨ ਆਫ ਐਸਿਡ ਐਂਡ ਬੇਸ ਅਕੋਰਡਿੰਗ ਟੂ ਅਰਹੀਨੀਅਸ। ਅਰਹੀਨੀਅਸ ਕੀ ਕਹਿੰਦਾ ਸੀ ਬੇਸਿਸ ਬਾਰੇ, ਕਿਉਂਕਿ ਐਸਿਡ ਅਤੇ ਬੇਸ ਨੂੰ ਆਪਾਂ ਸਿੰਪਲ H ਪੋਜ਼ੀਟਿਵ ਅਤੇ OH ਨੈਗੇਟਿਵ ਕਹਿ ਕੇ ਡਿਫਾਈਨ ਨਹੀਂ ਕਰ ਸਕਦੇ। ਇਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਡੈਫੀਨੇਸ਼ਨਸ ਨੇਗੀਆਂ। ਜਿਸ ਤਰ੍ਹਾਂ ਅਰਹੀਨੀਅਸ ਨੇ ਕੀ ਦੱਸਿਆ ਸੀਗਾ ਕਿ ਆਇਨਿਕ ਕੰਪਾਊਂਡ ਜਿਨ੍ਹਾਂ ਦੇ ਵਿੱਚ OH ਨੈਗੇਟਿਵ ਹੋਵੇ, ਜਿਨ੍ਹਾਂ ਦੇ ਵਿੱਚ OH ਨੈਗੇਟਿਵ ਹੋਊਗਾ, ਜਿਵੇਂ NaOH, KOH, CaOH, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਬੇਸਿਸ ਕਹਿੰਦੇ ਹਾਂ। ਇਹ ਅਰਹੀਨੀਅਸ ਦਾ ਕੰਸੈਪਟ ਸੀਗਾ, ਠੀਕ ਹੈ। ਉਸ ਤੋਂ ਬਾਅਦ 'ਚੋਂ ਡੈਫੀਨੇਸ਼ਨ ਇਹਨੇ ਕੀ ਦਿੱਤੀ ਸੀ ਵੀ ਆਪਾਂ ਕੀ ਐਸਿਡਸ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਐਸਿਡ ਹੋਣਗੀਆਂ ਜਿਹੜੀਆਂ ਆਪਾਂ ਨੂੰ H ਪੋਜ਼ੀਟਿਵ ਦੇਣਗੀਆਂ। ਅਤੇ ਜਦੋਂ ਆਪਾਂ ਐਸਿਡ H ਪੋਜ਼ੀਟਿਵ ਵਾਲਿਆਂ ਨੂੰ ਅਤੇ ਬੇਸ OH ਨੈਗੇਟਿਵ ਵਾਲਿਆਂ ਨੂੰ ਮਿਲਾ ਦਾਂਗੇ ਤਾਂ ਜਿਹੜੀ ਚੀਜ਼ ਬਣੂਗੀ ਉਹ ਕੀ ਹੋ ਜੂ ਨਿਊਟਰਲ।
न्यूट्रल मतलब कि उदासीन, बिल्कुल ना तेजाबी है ना ही खारी है, बिल्कुल उदासीन होगी। उदासीन चीज़ की pH वैल्यू कितनी होंदी आ 7 कि ना ही तो यह तेजाबी है ना ही यह खारी है। ठीक है, जिस तरह अपने H पॉजिटिव एसिड ते बेस वाली चीज़ मिला के की बनाता वाटर बनाता जिहड़ा कि न्यूट्रल है। ठीक है, तो इनू आपां होर तरह नाल भी डिफाइन इहने कीता सीगा। इहदी थ्योरी दी कि डिसएडवांटेज की सीगियां। ठीक है, थ्योरी की इट कैन बी एप्लीकेबल ओनली टू रिएक्शन दैट अकर इन वाटर। इहदी थ्योरी सिर्फ उन्हां रिएक्शनां दे विच लगदी सी जिथे वाटर हुंदा सी, क्योंकि आपां नूं पता कि आयन्स वाटर दे विच घुल के बन गए H पॉजिटिव ते O नैगेटिव। तां हर एक चीज़ दे विच H पॉजिटिव जो H नैगेटिव नहीं हो सकते। इहदा मतलब ਉਹ ਐਸਿਡ ਜਾਂ बेसिस ਜਿਹੜੇ पानी च डिजोल्व होणगे सिर्फ उन्हां ते ही ਇਹ लगदा सीगा। सिमिलरली ही कि बेसिस वास्ते भी सीगा। ठीक है, भी जिन्हां विच OH नैगेटिव है जरूरी नहीं भी हर एक दे विच OH नैगेटिव होवे। ਤਾਂ ਇੱਥੇ ਕੀ ਆ ਰਹੇ ਨੇ ਹੋਰ ਕੀ ਇਹਦੀ डिसएडवांटेज ਸੀ डज नॉट एक्सप्लेन वाई सम कंपाउंड in which hydrogen has an oxidation number +1 dissolve in water to give acidic solutions। ਇਹਦੇ ਵਿੱਚ ਕੀ ਹੈ CH4 ਦੇ ਵਿੱਚ ਵੀ +1 ਹੈ ਪਰ ਇਹ ਕੀ ਆ ਉਹਦੇ ਵਿੱਚ ਡਿਜ਼ੋਲਵ ਨਹੀਂ ਹੈਗਾ। ਤਾਂ ਇਹ ਐਵੇਂ ਕਿਉਂ ਹੈ? ਇਹ ਕਿਸੇ ਇਹਨਾਂ ਇਹ ਦੋਨੇ ਕਿਸੇ ਡਿਸਐਡਵਾਂਟੇਜ ਸੀਗੀਆਂ ਅਰਹੀਨੀਅਸ ਕੰਸੈਪਟ ਦੀਆਂ। ਪਰ ਪਹਿਲਾਂ ਅਰਹੀਨੀਅਸ ਕੰਸੈਪਟ ਨੇ ਕਿਹਾ ਕੀ ਸੀ ਕਿ ਐਸਿਡ ਕੌਣ ਹੋਣਗੇ ਜਿਨ੍ਹਾਂ ਕੋਲ H ਪੋਜ਼ੀਟਿਵ ਹੋਊਗਾ, ਬੇਸ ਕੌਣ ਹੋਣਗੇ ਜਿਨ੍ਹਾਂ ਕੋਲ OH ਨੈਗੇਟਿਵ ਹੋਊਗਾ। ਕਲੀਅਰ, ਅੱਗੇ ਦੇਖਦੇ ਹਾਂ ਆਪਾਂ ਹੋਰ ਐਕਸਪਲੇਨ ਕੀਤਾ। ਸਿਮਿਲਰ ਹੀ ਇਹ ਪੁਆਇੰਟਸ ਨੇ ਸਾਰੇ ਕਿ ਵੀ ਇਹ ਕਿਵੇਂ ਅਪਲਾਈ ਨਹੀਂ ਹੋਇਆ ਵਾਟਰ 'ਤੇ ਹੋਇਆ ਸੀ। ਜਿਹੜੇ ਸਿਰਫ ਵਾਟਰ ਦੇ ਵਿੱਚ ਡਿਜ਼ੋਲਵ ਹੁੰਦੇ ਸੀ ਐਸਿਡ ਅਤੇ ਬੇਸ ਉਹਨਾਂ ਦੇ ਵਿੱਚ ਹੀ ਲੱਗਦਾ ਸੀ ਇਹ। ਅਤੇ HCl ਦਾ ਆਕਸੀਡੇਸ਼ਨ ਨੰਬਰ +1 ਹੈ ਅਤੇ CH4 ਵਿੱਚ ਵੀ +1 ਹੈ ਪਰ ਉਹ ਐਵੇਂ ਕਿਉਂ ਨਹੀਂ ਡਿਜ਼ੋਲਵ ਹੋ ਰਿਹਾ। ਠੀਕ ਹੈ, ਇਹੀ ਕੰਸੈਪਟ ਸੇਮ ਡਿਸਐਡਵਾਂਟੇਜ ਆਪਾਂ ਪੜ੍ਹ ਚੁੱਕੇ ਹਾਂ। ਨੈਕਸਟ ਜੋ ਆਏ ਸੀ ਉਹ ਹੈਗੇ ਸੀ ਪ੍ਰੋਨੈਸਟਡ ਲੋਰੀ ਕੰਸੈਪਟ। ਇਹਨਾਂ ਨੇ ਕੀ ਕਿਹਾ ਸੀ ਕਿ ਜਿਹੜੇ ਪ੍ਰੋਟੋਨ ਅਸੈਪਟ ਕਰਦੇ ਆ ਜਾਂ ਪ੍ਰੋਟੋਨ ਲੂਜ਼ ਕਰਦੇ ਆ ਇਹਦੇ ਬੇਸ 'ਤੇ ਦੱਸਿਆ ਸੀ। ਇਹ ਕਹਿੰਦੇ ਵੀ ਜਿਹੜੇ ਐਸਿਡ ਹੁੰਦੇ ਆ ਉਹ ਕੀ ਕਰਦੇ H ਪੋਜ਼ੀਟਿਵ ਡੋਨੇਟ ਕਰਦੇ ਆ, ਦਿੰਦੇ ਆ। ਠੀਕ ਹੈ, ਅਤੇ ਜਿਹੜੇ ਬੇਸ ਹੁੰਦੇ ਆ ਉਹ ਕੀ ਕਰਦੇ ਆ H ਪੋਜ਼ੀਟਿਵ ਅਸੈਪਟ ਕਰਦੇ ਆ। ਵੈਸੇ ਵੀ ਆਪਾਂ ਨੂੰ ਪਤਾ ਬੇਸਿਸ 'ਚ ਕੌਣ ਹੁੰਦਾ OH ਨੈਗੇਟਿਵ, ਤਾਂ ਉਹ ਕਿਹਨੂੰ ਅਸੈਪਟ ਕਰੂਗਾ H ਪੋਜ਼ੀਟਿਵ ਨੂੰ ਅਸੈਪਟ ਕਰੂਗਾ। ਅਤੇ ਇਹਨਾਂ ਦੀ ਡੈਫੀਨੇਸ਼ਨ ਇਹ ਸੀਗਾ ਕਿ ਐਸਿਡ ਦੇ ਜਿਹੜਾ ਬੇਸ ਹੁੰਦਾ ਸੀ ਉਹਨੂੰ ਇਹ ਕੰਜੂਗੇਟ ਬੇਸ ਕਹਿੰਦੇ ਸੀ। ਠੀਕ ਹੈ, ਕਿ ਐਸਿਡ ਆ ਜਿਹੜਾ H ਪੋਜ਼ੀਟਿਵ ਦੇ ਰਿਹਾ ਅਤੇ ਜਿਹੜਾ H ਪੋਜ਼ੀਟਿਵ ਨੂੰ ਲੈ ਰਿਹਾ ਅਸੈਪਟ ਕਰ ਰਿਹਾ ਉਹ ਕੀ ਆ ਉਹਦਾ ਕੰਜੂਗੇਟ ਬੇਸ ਹੈ। ਠੀਕ ਹੈ, ਇਸ ਥਿਊਰੀ ਦੀਆਂ ਐਡਵਾਂਟੇਜ ਅਤੇ ਡਿਸਐਡਵਾਂਟੇਜ ਕੀ ਸੀਗੀਆਂ? ਇਸ ਥਿਊਰੀ ਦੀਆਂ ਐਡਵਾਂਟੇਜ ਤਾਂ ਇਹ ਸੀਆਂ ਕਿ ਇਹਨੇ ਉਹ ਕੰਸੈਪਟ ਖਤਮ ਕਰਤਾ ਸੀ ਕਿ ਜਿਹੜਾ H ਪੋਜ਼ੀਟਿਵ ਦਊਗਾ ਜਿਹੜਾ OH ਨੈਗੇਟਿਵ ਦਊਗਾ ਵੀ ਉਹਨਾਂ ਐਸਿਡ ਬੇਸ ਹੁੰਦੇ ਆ। ਉਹ ਜਿਹੜੀਆਂ ਲਿਮੀਟੇਸ਼ਨ ਸੀ ਉਹ ਖਤਮ ਕਰਦੀ ਸੀ। ਠੀਕ ਹੈ, ਦਾ ਫੰਕਸ਼ਨ ਐਜ਼ ਐਸਿਡ ਐਜ਼ ਐਂਟਾਇਰ ਡਜ਼ ਨੋਟ ਨੈਸੈਸਰਲੀ ਵੀ ਜ਼ਰੂਰੀ ਨਹੀਂ ਕਿ ਆਪਾਂ ਉਹਨੂੰ ਇੱਕ ਸੋਲਿਊਸ਼ਨ ਦੇ ਵਿੱਚ ਪਾਈਏ। ਇਹਦੇ ਵਿੱਚ ਕੀ ਹੈ ਯੂਨੀਵਰਸਲ ਐਪਲੀਕੇਸ਼ਨ ਇਹ ਖਤਮ ਕਰਤੀ ਸੀ ਕਿ ਵਾਟਰ ਦਾ ਹੋਣਾ ਜ਼ਰੂਰੀ ਹੈ। ਠੀਕ ਹੈ, ਡਿਸਐਡਵਾਂਟੇਜ ਕੀ ਸੀ? ਜਿਵੇਂ ਕਹਿੰਦੇ CO2 ਆਪਣੇ ਕੋਲ। ਠੀਕ ਹੈ, ਉਹਦੇ ਕੀ ਹੈਗਾ ਅਲੱਗ ਦੀਆਂ ਐਸਿਡਿਕ ਪ੍ਰੋਪਰਟੀ ਨੇ ਜੈਟ CO2 ਡਜ਼ ਨਾਟ ਫੁਲਫਿਲ ਦਾ ਡੈਫੀਨੇਸ਼ਨ ਆਫ ਵੀ ਜਿਹੜੀ CO2 ਆ ਉਹ ਕੀ ਹੈ ਇਹਨਾਂ ਦੇ ਲਾਅ ਨੂੰ ਤਾਂ ਫੋਲੋ ਕਰਦੀ ਹੈ ਪਰ ਉਹ ਐਸਿਡ ਤਾਂ ਹੈ ਨਹੀਂ ਗੀ। ਠੀਕ ਹੈ, ਤਾਂ ਕਹਿੰਦਾ ਇਹ ਕੰਸੈਪਟ ਉੱਥੇ ਫੇਲ ਹੋ ਗਿਆ ਸੀ ਜਿਹੜਾ ਬਰਨਸਟੋਨ ਨੇ ਦਿੱਤਾ ਸੀ ਕਿ H ਪੋਜ਼ੀਟਿਵ ਡੋਨੇਟ ਕਰਦੀ ਹੈ। ਠੀਕ ਹੈ, ਜਾਂ ਕਿ H ਪੋਜ਼ੀਟਿਵ ਅਸੈਪਟ ਕਰਦੀ ਆ। ਤਾਂ ਇਹ ਕੰਸੈਪਟ ਆ ਗਿਆ ਸੀ। ਇਹਨੂੰ ਆਪਾਂ ਅੱਗੇ ਦੇਖ ਲੈਂਦੇ ਹਾਂ ਇਹਦੇ ਵਿੱਚ ਕਿ ਜਿਹੜੀ ਐਡਵਾਂਟੇਜ ਸੀਗੀਆਂ ਬਰਨਸਟੋਨ ਲੋਰੀ ਦੀਆਂ ਉਹ ਕੀ ਸੀਆਂ ਅਰਹੀਨੀਅਸ ਦੇ ਅਕੋਰਡਿੰਗ, ਕਿਉਂਕਿ ਇਹ ਥਿਊਰੀ ਪਹਿਲਾਂ ਫੇਲ ਹੋ ਗਈ ਸੀ। ਤਾਂ ਅਰਹੀਨੀਅਸ ਥਿਊਰੀ ਵਾਜ਼ ਕਨਫਾਈਨਡ ਟੂ ਐਕੁਅਸ ਸੋਲਿਊਸ਼ਨ ਕਿ ਜਿਹੜੀ ਅਰਹੀਨੀਅਸ ਦੀ ਥਿਊਰੀ ਸੀ ਉਹ ਸਿਰਫ ਐਕੁਅਸ ਸੋਲਿਊਸ਼ਨ 'ਤੇ ਲੱਗਦੀ ਸੀ। ਐਕੁਅਸ ਸੋਲਿਊਸ਼ਨ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਵਾਟਰ ਪ੍ਰੈਜ਼ੈਂਟ ਹੋਵੇ, ਜਿਹੜੇ ਪਾਣੀ 'ਚ ਘੁਲਦੇ ਨੇ ਸਿਰਫ ਉਹਨਾਂ 'ਤੇ ਹੀ ਲੱਗਦੀ ਸੀ। ਬਰਨਸਟੋਨ ਲੋਰੀਜ਼ ਥਿਊਰੀ ਬਰੋਡਨ ਦਾ ਰੇਂਜ। ਇਹਨੇ ਕੀ ਆ ਰੇਂਜ ਡਿਫਾਈਨ ਕਰਤੀ ਮਤਲਬ ਕਿ ਜ਼ਰੂਰੀ ਨਹੀਂ ਵੀ ਪਾਣੀ ਦੇ ਵਿੱਚ ਹੀ ਘੁਲਣ, ਹੋਰ ਵੀ ਕਈ ਚੀਜ਼ਾਂ ਦੇ ਵਿੱਚ ਘੁਲ ਸਕਦੇ ਨੇ। ਜਿਹੜੀ ਰੇਂਜ ਆ ਉਹਨਾਂ ਦੀ ਜ਼ਿਆਦਾ ਵੱਡੀ ਹੋਗੀ ਕਿ ਹੋਰ ਤਰ੍ਹਾਂ ਦੇ ਵੀ ਐਸਿਡ ਬੇਸ ਹੋ ਸਕਦੇ ਆ। ਸਬਸਟੈਂਸ ਦੈਟ ਆਰ ਨੋਟ ਕਲਾਸੀਫਾਈ ਐਜ਼ ਐਸਿਡ ਬੇਸ ਅੰਡਰ ਅਰਹੀਨੀਅਸ ਥਿਊਰੀ ਜਿਨ੍ਹਾਂ ਨੂੰ ਅਰਹੀਨੀਅਸ ਨੇ ਮੰਨਿਆ ਹੀ ਨਹੀਂ ਸੀਗਾ ਵੀ ਐਸਿਡ ਨੇ ਬੇਸਿਸ ਨੇ, ਉਹਨਾਂ ਨੂੰ ਵੀ ਕੀ ਆ ਇਹਨਾਂ ਨੇ ਕੀ ਆ ਡਿਫਾਈਨ ਕਰ ਦਿੱਤਾ ਸੀਗਾ। ਠੀਕ ਹੈ, ਇਹ ਦੋਨਾਂ ਨੇ ਕੀ ਆਪਣੇ ਐਸਿਡਸ ਅਤੇ ਬੇਸਿਸ ਦੇ ਬਾਰੇ ਦੱਸਿਆ ਸੀਗਾ। ਆਈ ਹੋਪ ਤੁਹਾਨੂੰ ਸਭ ਨੂੰ ਟੌਪਿਕ ਕਲੀਅਰ ਹੋ ਗਿਆ ਹੋਊਗਾ। ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਟੌਪਿਕ ਵਿੱਚ ਕੁਝ ਵੀ ਸਮਝ ਨਹੀਂ ਆਇਆ ਤਾਂ ਤੁਸੀਂ ਟੈਲੀਗ੍ਰਾਮ ਦੇ ਵਿੱਚ ਆਪਣੇ ਵਿਊ ਸ਼ੇਅਰ ਕਰ ਸਕਦੇ ਹੋ। ਹਾਂਜੀ, ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਤਾਂ ਜੋ ਬਾਕੀ ਸਾਰੇ ਵੀ ਆਪਣੇ ਵੀਡੀਓਜ਼ ਨੂੰ ਦੇਖ ਸਕਣ। ਅਗਰ ਤੁਹਾਡਾ ਕੋਈ ਵੀ ਵਿਊ ਹੈ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਉੱਪਰ ਦੱਸ ਸਕਦੇ ਹੋ ਆਪਣਾ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ। ਥੈਂਕ ਯੂ।